गुर सतगुर संग कीरे हम थापे। जीता समुंद सागर नीर भरिया, तेते अवगुण हमारे। दया करो ईश्वर पाहो, डूब दे पत्रता। जीड़ा अग्न बराबर तपै, भीतर पकै काती। प्रणवत नानक हुकुम पछाणै, सुख होवै दिन राती। सुनी पुकार दातार प्रभ, गुर नानक जग माही पठाया। चरण धोए रह रास कर, चरणामृत सिखां पिलाया। श्लोक महला पहला। कल काती राजे का साई, धर्म पंख कर उडरिया। कूड़ अमावस सच चंद्रमा, जिसे नानी कहाँ चढ़िया। हौं भाड़ विकुन्नी होई, अंधेरा ना कोई। विच हौमे कर दुख रोई, कहो नानक किन बिद कत होई। विच हौमे कर दुख रोई, कहो नानक किन बिद कत होई। परम सम्मानयोग जुगो जुग अटल, वाणी कुल आलम हाजरा हजूर, सब कला भरपूर। नाम बाणी के बोहित हलक पंथ स्वाद देने वाले जीवनवाद। धन धन साहिब श्री गुरु ग्रंथ साहिब सच्चे पातशाह महाराज, तिन्हां दी पावन पवित्र हजूरी अंदर शामा वेले दे दीवान की हाजरी भर के सतगुरु महाराज जी की पावन बाणी और साडा जो कीमती साडे पुरखियां का इतिहास है उन्हें समझण वास्ते, विचारण वास्ते एकत्र हुए कारयोग सत संगी जनों। आओ जितने भी भाई भाईजान गुरु दरबार में जुड़ के बैठे हो, सब तो पहला गुरु फतेह ना साथ करिए। कोई भी रसना गुरु फतेह तो वांझी ना रहे। जो कि सिक्खी का सच्चा अते सुच्चा असूल है। सरबत संगत गज के आखो जी वाहिगुरू जी का खालसा वाहिगुरू
ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸਾਡੀ ਸ਼ਖਸੀਅਤ ਨੂੰ ਘੜਦੇ ਹਾਂ, ਸਾਡੇ ਜੀਵਨ ਨੂੰ ਘੜਦੇ ਹਾਂ, ਬਹੁਤ ਸਾਰੇ ਮੁੱਦੇ ਸਾਨੂੰ ਬਾਣੀ ਦੇ ਰਾਹ ਸਮਝਾਏ ਨੇ। ਇਸ ਦੇ ਨਾਲ ਨਾਲ ਸਾਡਾ ਜਿਹੜਾ ਕੀਮਤੀ ਵਿਰਸਾ, ਸਾਡਾ ਜਿਹੜਾ ਇਤਿਹਾਸ ਹੈ, ਸਾਡੇ ਲਈ ਬੜੀਆਂ ਵੱਡੀਆਂ ਪੈੜਾਂ ਛੱਡਦਾ ਜਾਂਦਾ ਹੈ। ਜਿੱਥੇ ਸਾਨੂੰ ਗੁਰਬਾਣੀ ਨੇ ਸਾਡੀ ਸ਼ਖਸੀਅਤ ਘੜੀ ਹੈ, ਇਤਿਹਾਸ ਵੀ ਸਾਡੇ ਲਈ ਮਾਰਗਦਰਸ਼ਨ ਕਰਾਉਂਦਾ ਹੈ, ਸਾਡੇ ਲਈ ਮਾਰਗਦਰਸ਼ਕ ਹੈ। ਇਤਿਹਾਸ ਸਾਡੀ ਮੰਜ਼ਿਲ ਲਈ ਸਾਨੂੰ ਨਿਸ਼ਾਨਦੇਹੀ ਕਰਕੇ ਦੱਸਦਾ ਹੈ, ਤੁਸੀਂ ਕੌਣ ਸੀ। ਸਾਡਾ ਪਿਛੋਕੜ ਵੀ ਦੱਸਦਾ ਹੈ, ਕਿੱਥੋਂ ਤੁਰੇ ਹਾਂ, ਕਿੱਧਰ ਨੂੰ ਜਾਣਾ ਹੈ। ਇਹ ਸਾਡੀ ਤਵਾਰੀਖ ਸਾਨੂੰ ਦੱਸਦੀ ਹੈ, ਸਾਨੂੰ ਬੋਲ ਕੇ ਦੱਸਦੀ ਕਿ ਅਸੀਂ ਕਿੰਨੇ ਅਮੀਰ ਸੀ, ਕਿੰਨਾ ਵਿਰਸਾ ਅਮੀਰ ਸੀ ਸਾਡਾ। ਸਾਡੀ ਭਾਸ਼ਾ ਦੇ ਅੱਖਰਾਂ ਦਾ ਕਿੰਨਾ ਵੱਡਾ ਵਜ਼ਨ ਸੀ। ਭਾਵੇਂ ਕਿ ਅੱਜ ਵੀ ਹੈ, ਪਰ ਅਸੀਂ ਆਪਣੀ ਭਾਸ਼ਾ ਨੂੰ ਦੂਜੀਆਂ ਭਾਸ਼ਾ ਦੇ ਵਿੱਚ ਰਲ ਮਿਲ ਕਰਕੇ ਹੌਲਾ ਕਰੀ ਜਾਂਦੇ। ਕਿੰਨਾ ਵਜ਼ਨ ਸੀ ਸਾਡੀ ਭਾਸ਼ਾ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਰਹਿਣ ਸਹਿਣ ਦਾ। ਦੁਨੀਆ ਦੀਆਂ ਵੱਖ-ਵੱਖ ਕੌਮਾਂ ਦੇ ਨਾਲੋਂ ਸਾਡੀ ਕੌਮ ਦਾ ਰਹਿਣ ਸਹਿਣ ਦਾ ਢੰਗ ਹੀ ਵੱਖਰਾ ਸੀ। ਸਾਡੇ ਸਿਧਾਂਤ ਵੱਖਰੇ, ਸਾਡਾ ਰੂਪ ਸਰੂਪ ਵੱਖਰਾ, ਸਾਡਾ ਪਹਿਰਾਵਾ ਵੱਖਰਾ ਤੇ ਸਾਡੇ ਰਹਿਣ ਸਹਿਣ ਦਾ ਢੰਗ ਵੱਖਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ ਦੇਖੋ, ਭਾਵੇਂ ਕਿ ਦੁਨੀਆ ਵਾਲਿਆਂ ਨੇ ਆਪਣੇ ਮਤ ਦੇ ਚਿੰਨ੍ਹ ਨਿਸ਼ਾਨੀਆਂ ਇਸ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ, ਦੁਨੀਆ ਤੇ ਵੱਖਰਾ ਹੋਣ ਦੇ ਲਈ ਉਹਨਾਂ ਨੂੰ ਕੁਝ ਹੋਰ ਕਰਨਾ ਪਿਆ, ਵੱਖਰਾ ਕੁਝ ਕਰਨਾ ਪਿਆ, ਆਪਣੇ ਆਪ ਨੂੰ ਵੱਖਰਾ ਕੁਝ ਦਰਸਾਉਣ ਦੇ ਲਈ ਕਿ ਅਸੀਂ ਦੁਨੀਆ ਵਾਲਿਆਂ ਦੇ ਨਾਲੋਂ ਮਿਲੇ ਬਣੇ। ਅਸੀਂ ਧਰਮੀ ਹਾਂ ਤੇ ਦੁਨੀਆ ਵਾਲਿਆਂ ਦੇ ਨਾਲੋਂ ਅਸੀਂ ਵੱਖਰੇ ਹਾਂ। ਉਹਨਾਂ ਨੂੰ ਇਹ ਕੁਝ ਦੱਸਣ ਦੇ ਲਈ, ਇਹ ਕੁਝ ਦਿਖਾਉਣ ਦੇ ਲਈ ਕੁਝ ਨਵਾਂ ਨਵੇਕਲਾ ਵੱਖਰਾ ਕਰਨਾ ਪਿਆ। ਪਰ ਸਾਡੀ ਪਹਿਚਾਣ, ਸਾਡੀ ਆਇਡੈਂਟੀ ਉਦਾਂ ਦੀ ਹੈ ਜਿਵੇਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਵਿੱਚ ਭੇਜਿਆ। ਜੋ ਜੋ ਨੇ ਸਾਨੂੰ ਗਿਫਟ ਦਿੱਤੇ ਨੇ, ਜੋ ਜੋ ਸਾਡੀ ਝੋਲੀ ਵਿੱਚ ਪਾਇਆ, ਅਸੀਂ ਉਹੀ ਕੁਝ ਲੈ ਕੇ ਸੰਸਾਰ ਵਿੱਚ ਆਏ ਹਾਂ। ਤੇ ਜਿਹੜਾ ਉਹਨੂੰ ਸੰਭਾਲ ਕੇ ਰੱਖਦਾ ਉਹਨੂੰ ਹੀ ਸਿੱਖ ਆਖਿਆ ਜਾਂਦਾ। ਚਾਹੇ ਉਹ ਕੇਸਾਂ ਦੀ ਗੱਲ ਹੋਵੇ, ਪਹਿਰਾਵੇ ਦੀ ਗੱਲ ਹੋਵੇ, ਬੋਲੀ ਦੀ ਗੱਲ ਹੋਵੇ, ਚਾਹੇ ਰੱਬੀ ਨਿਯਮਾਂ ਦੀ ਗੱਲ ਹੋਵੇ, ਰੱਬੀ ਕਾਨੂੰਨ ਵਿਧਾਨ ਮਰਿਆਦਾ ਦੀ ਗੱਲ, ਜਿਹਨੇ ਸੰਭਾਲ ਕੇ ਰੱਖਿਆ, ਜਿਹਨੂੰ ਰਜਾ ਵਿੱਚ ਰਹਿਣਾ ਆ ਗਿਆ, ਉਹਨੂੰ ਮਹਾਰਾਜ ਦੀ ਬਾਣੀ ਨੇ ਸਿੱਖ ਆਖਿਆ। ਜਿਹੜਾ ਉਹਦੇ ਬਾਣੀ ਵਿੱਚ, ਉਹਦੇ ਹੁਕਮ ਵਿੱਚ ਤੁਰਨਾ ਸਿੱਖ ਲੈਂਦਾ, ਉਹਨੂੰ ਬਾਬੇ ਦੀ ਬਾਣੀ ਨੇ ਸਿੱਖ ਆਖਿਆ। ਇੱਕ ਬਚਨ ਗੁਰਬਾਣੀ ਦਾ ਪੜ੍ਹ ਕੇ ਇਤਿਹਾਸ ਦੀ ਲੜੀ ਆਰੰਭ ਕਰ। ਗਰੀਬ ਨਵਾਜ਼ ਬਾਣੀ ਵਿੱਚ ਆਖਦੇ ਸੋ ਸਿੱਖ, ਭਾਵੇਂ ਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਚਰਚਾ ਹੁੰਦੀ ਹੈ, ਜਦੋਂ ਸਿੱਖ ਦੀ ਡੈਫੀਨੇਸ਼ਨ ਬਾਰੇ ਜ਼ਿਕਰ ਆਉਂਦਾ ਨਾ, ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹ ਚਰਚਾਵਾਂ ਹੋ ਚੁੱਕੀਆਂ ਨੇ। ਇਹਦੇ ਤੇ ਬੜੀ ਲੰਬੀ ਚੌੜੀ ਵਿਚਾਰ ਹੋ ਚੁੱਕੀ ਹੈ। 1932 ਦੇ ਵਿੱਚ ਸਿੱਖ ਰਹਿਤ ਮਰਿਆਦਾ ਬਣੀ, 1945 ਵਿੱਚ ਲਾਗੂ ਹੋਈ ਤੇ ਉਸ ਸਿੱਖ ਰਹਿਤ ਮਰਿਆਦਾ ਦੇ ਪਹਿਲੇ ਪੰਨੇ ਤੇ ਸਿੱਖ ਦੀ ਪਰਿਭਾਸ਼ਾ ਦੱਸੀ, ਸਿੱਖ ਬਾਰੇ ਦੱਸਿਆ ਗਿਆ ਕਿ ਸਿੱਖ ਕੌਣ ਹੁੰਦਾ ਹੈ। ਔਰ ਜੇ ਆਪਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਿੱਖ ਬਾਰੇ ਦੱਸਿਆ ਗਿਆ। ਸਿੱਖ ਕਿਹਨੂੰ ਆਖਿਆ ਜਾਂਦਾ? ਸਿੱਖ ਤਾਂ ਸਿੱਖ ਹੀ ਹੈ, ਸਿੱਖ ਦੀ ਕੋਈ ਕੈਟਾਗਰੀ ਨਹੀਂ ਹੁੰਦੀ ਕਿ ਆ ਸਹਿਜਧਾਰੀ ਹੈ, ਫਲਾਣਾ ਹੈ, ਫਲਾਣਾ ਹੈ। ਸਿੱਖ ਦਾ ਮੀਨਿੰਗ ਵੀ ਸਿੱਖ ਹੁੰਦਾ ਹੈ। ਸਿੱਖ ਆਖਿਆ ਜਾਂਦਾ ਸਿੱਖਣ ਵਾਲੇ, ਗੁਰੂ ਹੁਕਮਾਂ, ਗੁਰੂ ਬਚਨਾਂ ਨੂੰ ਸਿੱਖ ਕੇ ਜਿਉਣ ਵਾਲੇ ਨੂੰ ਸਿੱਖ ਆਖਿਆ ਜਾਂਦਾ। तो खैर मैं बेनती कर लगा, दुनिया दी अदालतां विच ये चर्चावां हुंदियां रहियां कि सिख किहनूं कहंदे ने। बहुत सारे लोगों ने दावेदारी जताई कि असीं भी सिख हुंदे हां, सानूं भी सिख कहंदे ने। एक केसां तो बिना सिख है, एक केसाधारी सिख है। कमाल की गल है, जे दोवें सिख ने तां फिर फर्क नहीं होया। केसाधारी दा दूजे नालों फर्क नहीं होया। गुरु ਨੂੰ ਮੰਨਣ ਵਾਲਾ ਵੀ ਸਿੱਖ ਤੇ ਤੌਰਾਂ ਤੇ ਤੇਲ ਪਾਉਣ ਵਾਲਾ ਵੀ ਸਿੱਖ, ਫਿਰ ਫਰਕ ਨਹੀਂ ਹੋਇਆ।
किते ना किते एक चीज देखनी पवेगी, गुरु ग्रंथ साहब की बाणी को लभना पवेगा कि सिख की डेफिनेशन, सिख की परिभाषा की, सिख आख्या क्यों जाता और कौन है सिख अखवाउण का हकदार। महाराज ने गुरबाणी में वचन किया सो सिख, सो का अर्थ होता है वो, सो सिख सखा, सखा का अर्थ होता है रिश्तेदार, जिहदे नाल बड़ी बड़ी नेड़ पाओ, जिहदे नाल साथ हो, जिहदे नाल नेड़े का रिश्ता होवे ना उन्हें क्या कहता सखा, ये मेरा सखा है, ये मेरा सखा है। महाराज कहते सो सिख, आए सिख की डेफिनेशन, ओनू सिख क्या जाता, वो मैनू सिख मेरिया नजर वो सिख है। गुरबाणी में गुरु साहब ने आख्या महाराज कहते मेरिया नजर में वो सिख है, वो मेरा रिश्तेदार है, वो मेरा सखा है, वो मेरा नजदीकी है। सो सिख सखा बंद पह पाई, जे गुरु के पाणी विच आवे, जेड़ा गुरु के पाणी विच आ जावे, जेड़ा गुरु की रजा विच आ जावे, उन्होंने सिख आख्या जाए। महाराज दूजे बारे पौड़ा की विचार कहते अपने पानी जो चले भाई विछड़ चोटा खा, जेड़ा अपनी मर्जी नाल तुरदा है, अपने आप दे विच हुक्म, अपने आप दे विच ऑर्डर जेड़ा जारी करी जाता, महाराज की जो विछड़िया होया ते चोटा खा, विछड़ के चोटा खा। सो आओ जिन्ने भी आपां रल के बैठे हैं, गुरसिख प्यारे बन के बैठे हैं, गुरु की बाणी की विचार करने लिए, गुरु के बचनों को समझण दे लिए बैठे, तो आओ गुरु नानक साहब सच्चे पातशाह महाराज जी के आपां इतिहास की लड़ीवार विचार आरंभ की सी। कल के दीवाना में आप जी ने श्रवण किया कि गुरु नानक साहब महाराज सुल्तानपुर की धरती ते उन्होंने मोदी खाने के विच ड्यूटी की, रात दिन जिथे ड्यूटी करते हैं अकाल पुरख वाहिगुरू की बंदगी के विच लीन होंदे, सत संगत होंदी है, गुरबाणी का कीर्तन होता है, गुरमत विचारां होंदियां ने, दूरों नेड़ों चल के संगतां महाराज जी की संगत विच आउंदियां ते उपदेश की प्राप्ति करदे, अपने आप को वडभागे समझदे। तो इसे समय के दौरान गुरु गरीब नवाज पातशाह महाराज जिथे मोदी खाने की कार करते हैं, लोड़वंदां की सहायता करते हैं, किसी जरूरतमंद को, किसी लोड़वंद को कोई किसी चीज की वस्तु की लोड़ पैंदी है तो महाराज उसकी जरूरत पूरी कर देता, अपनी मेहरबानी के हिस्से में उसकी जरूरत पूरी कर देता। तो सतगुरु सच्चे पातशाह महाराज जी के कोल मैरसिया के रहने वाला भाई भगीरथ होंदा है। भाई भगीरथ चौधरी सी इलाके का, ये दुर्गा की पूजा करता, देवी की पूजा करता, ते बहुत सारे लोग उन्हां समयां दे विच कुदरती तत्तां दी, देवियां दी, देवतियां दी पूजा करते, पर अंदर एक डर बैठा हुआ, वो डर दूर नहीं होया, पूजा भावें रात दिन होंदी सी, वो डर अज भी दूर नहीं होया। माफ करियो, गुरु नूं बंदा मन्नी जाता, मत्थे टेकी जाता, रब रब करी जाता, राम राम करी जाता, वाहिगुरू वाहिगुरू करी जाता, पर भरम भुलेखे फिर भी दूर नहीं कर रहा, भरम भुलेखे फिर भी उत्ते खड़ा। ये तो यो है ना कि जिवें कोई बंदा हाथ के ऊपर खंड रख के खंड खंड जपी जाए, खंड खंड जपी जाए, कि खंड को हाथ से रखेगा तो खंड खंड कही जाएगा, तेन रस का पता नहीं लगना कि नहीं, सर्दी होगी, ठंड होगी, ते बंदा अग का सिमरन करी जाए, अग अग जपी जाए, कि अग अग जपी जाए, इस तेरी खंड दूर नहीं होनी जिनी देर अग तो बाढ़ के सेक नहीं लेना। खंड के कितनी मिठास है तो दस नहीं सकता, जिनी देर तक खंड को अपनी जुबान से रख के नहीं बेचता, उन्हीं देर तेन नहीं पता खंड कितनी होती है, की रस है खंड का, की क्वालिटी है खंड की, उन्हीं देर नहीं दस सकता जिनी देर को अपनी जुबान से नहीं रखता। महाराज सच्चा पातशाह जी ने गुरबाणी के सानू महाराज कहते जिथे तेरी कहनी है, जिथे तेरी कथनी है, उत्थे तेरी करनी भी होनी चाहिए। जिथे तू कथन करता है तेरी करनी भी होनी, करनी का अर्थ है कि जो तू कथन करता है मुंह तो, जो तू बोलता है मुंह तो, जे रब रब करता है तो
बाकी का डर ना रखो, धर्म भुलेखे ना रखो। जे तू रब नूं जपदा है ना, महाराज की बाणी का असीं रोज पढ़ते हैं। आप पंक्ति सारी संगत पढ़ियो, जतन करियो, क्योंकि आप रोज पढ़ते हैं। जिन निर्भौ जिन हर निर्भौ ध्याया तिनका भौ, सारी संगत बोली तिनका भौ सब वासी। निर्भौ का अर्थ भय तो रहित, डर तो रहित। जिन्हां ने डर तो रहित रब नूं ध्याया, बारे कहंदे उन्हां दे सारे डर दूर हो जाते। जिन्हां ने रब नूं ध्याया उन्हां दे सारे डर दूर हो जाते हैं। इत्थे ते बंदा घरों तुर लगे ते बच्चा साडा निश मारते, छिक मारते ते सारा टब्बर चिंता च पै जांदा। किथे डर दूर होया? तुरे जा रहे सी, दिल्ली रास्ता ही कट जाए तो सारा टब्बर दे तौर निकल जाते थे। हाय हुण की बनूगा? बिल्ली राह कट गई। ਇਹਦਾ अर्थ बंदा जपदा बहुत है, जपिया बहुत है, पर कथन बहुत कीता है, करनी वाल नहीं तुरया। लोड़ तो करनी वाल तो भाई उदास की आखते ना, खांड खांड कहे जेबा ना स्वाद मिठो आवे, अगन अगन कहे सीत ना विनाश है। कि कोई बंदा खंड खंड जपी जावे तो जुबान ते स्वाद थोड़ी करता हो। कोई बंदा अगन अगन जपी जावे, खंड थोड़ी दूर होवे। जिन्नी देर अग बाल के बंदा सेक नहीं लेता। ये तो रब रब जपी जाना, वाहिगुरू वाहिगुरू जपी जाना, जिन्नी देर तक वाहिगुरू के गुणां नूं जीवन में धारण नहीं करते, कथन दे नाल की होवे? महाराज की बाणी में भी कहते, जे सब मिलके दाता सारी दुनिया ही मिलके आखे लग की आखे, जे सब मिलके आखन पाहे बड़ा ना होवे, बोलो शासक, बड़ा ना होवे घाट ना जाए। वो ना घटता है ते ना बड़ा होना। सारी दुनिया कहते रब बड़ा है, ਇਹਦੇ ਨਾਲ ਕੀ फर्क पैंदा है? सारी दुनिया कह दे कि रब दा बड़ा छोटा जिहा मामूली जिहा, ਇਹਦੇ ਨਾਲ छोटा हो जाएगा। वड्डा ना होवे, घाट ना जाए, ना वो मरे ना होवे सोग, ना ਉਹਦੇ ਘਰ ਵਿੱਚ ਮृत्यु है, ना ਉਹਦੇ ਘਰ ਵਿੱਚ सोग है, ना दुनिया वालिਆਂ ਦੇ ਕਹਿਣ ਦੇ ਨਾਲ ਵੱਡਾ ਹੁੰਦਾ ਹੈ, ਨਾ ਘਟਦਾ ਹੈ। महाराज जी ने ਉਹਨੂੰ ਜੱਪੀ ਜਾ, ਜਿੰਨਾ ਮਰਜ਼ੀ ਜੱਪੀ ਜਾ, ਉਹਦੀਆਂ ਵਡਿਆਈਆਂ ਕਰੀਦਾ, ਕਥਨ ਦੇ ਨਾਲ ਨਹੀਂ, ਕਰਨ ਦੇ ਨਾਲ ਕਰਨੀ ਭਲਾ। तो खैर यही बेनती करता सी, बड़े लोगों ने रब नूं ध्याया, देवियां देवतियां दे रहण, उन्हां दे विचों सिख भाई फकीर मैल सिंघां दे रहण वाले गुरु नानक पातशाह जी की शरण में आया। महाराज जी का उपदेश सुनिया, सहजे सहजे कर्म करना छड्डण लगा, पासे कर लगा। गुरु पातशाह जी के कोल आके चरनां दा भौरा बनिया, कह लगा महाराज सिक्खी की दात देओ। महाराज तुहाडे बचनां विच इन्ना असर है, गरीब नवाज मैं अपने घर तक कोई जदों जाके घर में चर्चा करदा है ना, बड़ा आनंद आउंदा तुहाडे बचनां नूं सुन के। महाराज इन्हां बचनां विच इन्ना रस है ना, सच्चे पातशाह जिंदगी च रस कभी बने नहीं सी जिहड़ा तुहाडे बचनां चों रस मिलिआ है। महाराज दे चरनां दा भौरा बन गया। और इसे सुल्तानपुर की धरती ते एक गरीब ब्राह्मण गुरु साहब जी के कोल आउंदा है, कहने लगा महाराज मेरी जरूरत है, मैं लोड़वंद हाँ, मेरा मैं घरों आर्थिक पक्षों बहुत गरीब हाँ, मेरी धी का ब्याह, मैनूं कुछ जरूरी वस्तां दी लोड़ है। एक लिस्ट तैयार की, उन्हें जरूरी वस्तां दी जो जो ब्याह कार्यां वास्ते चाहिए समान चाहिए। महाराज गुरु नानक साहब सच्चे पातशाह ने भाई भगीरथ जी की ड्यूटी लाई, कहने लगे कि लाहौर में एक मानसुख व्यापारी है, लाहौर की धरती से एक मानसुख व्यापारी है, बड़ी बड़ी दुकान करता है। इस सारा समान उहदे कोलों मिलना, भाई भगीरथ जी तुसीं जाके लिया के दिओ इन्हां नूं समान। भाई भगीरथ जी तुरे। एक बेनती करा साध संगत, चाहे गुरु नानक साहब जी का समा होवे ते चाहे महाराजा रणजीत सिंह का राग होवे, लाहौर नाल साडा बड़ा डूंगा संबंध है, दिल धड़कदा लाहौर की धरती ते, लाहौर की धरती ते साडा दिल धड़कदा। जे साडे नाल शहीदियां दी गल चली है ना, लाहौर की धरती ते गुरु अर्जन साहब महाराज जी की शहीदी होई, लाहौर दे विच भाई
ਤਾਰੂ ਸਿੰਘ जी का खोपर उतारिया। लाहौर की धरती से चरखियां चलदियां ते भाई शबीर सिंह ते शाहबाज सिंह हस हस के चरखियां ते चढ़ गए। ये वो धरती है जिथे खोपर रहते रहे, बंद बंद कटे जाते रहे। ये वो धरती है जिथे मानसिक वर्गे व्यापारी दुकान करते सी। भाई अमीर ते गया समान लैण वास्ते ते भाई मानसिक नूं जाके लिस्ट पढ़ा दी। सौदा तोल दिता गया, समान तोल दिता गया, जरूरी वस्तां जिहड़ियां असीं दे दित्तियां गईयां। कुछ वस्तुआं ना होण करके भाई भगीरथ ने उत्थे ठहरना मुनासिब ना समझिया। कहण लगे भी जिहड़ियां वस्तुआं तुहाडे कोल नहीं हैगियां तुसीं जां तां सानूं कुछ दियां कर दिओ। कहण लगे तुसीं भाई मानसूर कहंदा कि तुसीं एक रात इत्थे ठहरो, बस तुहानूं इह भी वस्तां मिल जाणगीआं, तुहानूं इह भी समान दे दिता जाएगा, बस एक रात है। पर भाई भगीरथ ने पता की जवाब दिता। कहते हैं मानसूर जी मैं ठहर नहीं सकता। क्यों? मेरे गुरु का हुक्म है, मेरे गुरु ने आख्या कि जल्दी तो जल्दी ये सारा सामान लेके वापस मुड़ना। मेरे गुरु का हुक्म है, मैं अपने गुरु के हुक्म की अगुवाई नहीं कर सकता। भाई मानसूर कोई सिर तो लैके पैरों तक एक बार हिलिया कि ऐसा गुरु केड़ा है इस समय दे विच जिहदे हुक्म दी ये अगुवाई नहीं कर सकता, जिहदे हुक्म नूं मोड़ नहीं सकता। जिस गुरु के हुक्म ते फुल चढ़ाया बंदा, ऐसा गुरु केड़ा है? भाई मानसूर ने ना बड़ा सारा हौसला जा करके आख्या कि भगीरथ जी कौन है गुरु, किथे रहता है गुरु? कहते गुरु नानक है सुल्तानपुर की धरती ते रहता है। कहता कि मैं उस गुरु के दर्शन कर सकता है? कहते क्यों नहीं, तू भी उस गुरु के दर्शन कर सकता है। भाई मानसूर भाई भगीरथ के नाल चलिया ते सुल्तानपुर की धरती ते आया ते गुरु नानक साहब महाराज जी के दर्शन किए। उन्हें कला साकी नहीं सुननी, आप ये तत्त कढ़ना कि की सी तत्त, की तत्त सी इस साखी का साडे जीवन नाल की संबंध है, की दसदा साडा इतिहास सा ये बात। जदों भाई मानसूर सुल्तानपुर की धरती पे आया, संगतां बैठियां, ऐदा संगतां बैठियां, दीवान चल रहे, गुरु नानक साहब महाराज उपदेश कर रहे। महाराज दस रहे हैं कि जी तृष्णा है ना बंदे वो अग लगी, जिवें अग ते बालन पाई जाओ साड़ के सुआह करी जाती, पाई जाओ बालन ये साड़ के सुआह कर देंदी, अग राजनी नहीं है। उपदेश है महाराज कुकर्मां नूं छड्डण वास्ते ते चंगे गुणां नूं धारण करन वास्ते बड़ा सोहणे ढंग नाल उपदेश दे रहे। संगतां वाह वाह कर रही। भाई मानसूर जिवें दी समाधि लगी, जिवें दा चौकड़ा लगा उवें दा चौकड़ा लग के बह गया, उठिया नहीं। गुरु नानक पातशाह जी के वचन सुनता रहा। गुरु गरीब नवाज दे के जाके हाथ जोड़ के कहता दुनिया के दातिया तुहाडे वचनां दे विच एडी वड्डी ताकत मेरा हिरदा ते रात दिन तपदा सी, मैं तां तृष्णा दी अग विच सड़दा सी, रात दिन कहदा सी कमाई कर लवां। महाराज तुहाडे वचनां दे विच एडा वड्डा सबर मैनूं कुछ नहीं चाहिदा, बस तुहाडे वचनां दी भुख है, तुहाडे शब्दां दी भुख है, तुहाडी शरण विच रहण दी जगह मिल जावे, बस महाराज ये कोई भुख है। महाराज ने कुट के मानसूर नूं गाला लाया, कहंदे मानसूर भी तेरा नाम बड़ा सोहना है। महाराज कहंदे तेरा नाम बड़ा सोहना है, दस इस तो पहला कदे मन का सुख प्राप्त किया सी कि नाम ही मानसूर प्रकाश करिया सी। दुनिया च बहुत लोग ने जिन्हां दे नाम नानक होणगे, कि गुरु नानक साहब वर्गी करनी होवे। बड़े लोग होणगे जिन्हां दे नाम गोबिंद सिंह होणगे, कि गुरु गोबिंद सिंह महाराज नूं चार पुत वारसी क्या होणगे। बड़े लोग होणगे जिन्हां दे नाम अरविंद सिंह होणगे, कि गुरु अर्जन साहब वांगू तत्ती तवी ते चौकड़ा लाउण लई तैयार होणगे। ना करके करनी नहीं बनती। नाम भावे जिन्ने मर्जी बड़े बड़े रखवा लो, बंदा बड़ा लंबे चौड़े अखरां दा नाम रखवा लो, एडे बड़े नाम करके बंदे की वडियाई नहीं बनती। जदों वडियाई बनती है उदों करनी करके बनती।
सरकार करके बनती है। वो समाज के भले लिए संसार वास्ते की कर रहा, ਉਹਦੇ ਕਰਕੇ ਵਡਿਆਈ ਬਣਦੀ ਹੈ। ਬੰਦਾ ਉੱਚਾ ਲੰਬਾ ਸਰੂ ਵਰਗਾ ਕੱਦ ਹੋਵੇ, 7 ਫੁੱਟ ਦਾ ਕੱਦ ਹੋਵੇ ਤੇ ਲੋਕ ਇਹ ਤਾਂ ਕਹਿ ਦਿੰਦੇ ਕਿ ਬੜਾ ਜਵਾਨ, ਪਰ ਜਵਾਨ ਤੇ ਬਹਾਦਰੀ ਤੇ ਪਰਖਿਆ ਜਾਵੇਗਾ ਕਿ ਇਹਦੀ ਬਹਾਦਰੀ ਕਿੰਨੀ ਹੈ। ਮੈਂ ਬੇਨਤੀ ਕੀਤੀ ਸੀ ਨਾ ਦੀਵਾਨਾਂ ਦੇ ਵਿੱਚ, ਜਵਾਨ ਤੇ ਸਰੀਰ ਕਰਕੇ ਤੇ ਬੜਾ ਬਲਵਾਨ ਲੱਗਦਾ ਸੀ ਦੁਨੀ ਚੱਲ ਕੇ, ਪਰ ਸਮਾਂ ਹੁਣ ਤੇ ਦੁਨੀ ਚੱਲ ਦੀ ਪੇੜ ਛੱਡ ਕੇ ਦੌੜ ਗਈ। ਖੈਰ ਮੇਰੀ ਅੱਜ ਕਰ ਮਹਾਰਾਜ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਨੇ ਨਾਲ ਲਾਇਆ, ਕਹਿੰਦੇ ਮਨ ਸੁਖ ਨਾ ਵੀ ਮਨ ਸੁਖ ਟਕਾਇਆ ਤੇ ਸੁਖ ਵੀ ਮਨ ਦਾ ਮਿਲਿਆ। ਕਹਿੰਦਾ ਨਹੀਂ ਮਹਾਰਾਜ ਮਨ ਦਾ ਸੁਖ ਤੇ ਅੱਜ ਪਹਿਲੇ ਦਿਨ ਤੁਹਾਡੀ ਸ਼ਰਨ ਵਿੱਚ ਬੈਠ ਕੇ ਮਿਲਿਆ, ਅੱਜ ਤੱਕ ਤੇ ਦੁੱਖਾਂ ਵੀ ਭੋਗਦਾ ਰਿਹਾ ਮਹਾਰਾਜ, ਅੱਜ ਮਨ ਦਾ ਸੁਖ ਮਿਲਿਆ ਤੁਹਾਡੇ ਬਚਨਾਂ ਦੇ ਵਿੱਚ, ਤੁਹਾਡੀ ਬਾਣੀ ਦੇ ਵਿੱਚ, ਤੁਹਾਡੇ ਸ਼ਬਦਾਂ ਦੇ ਵਿੱਚ ਸੁਖ ਮਿਲਿਆ, ਮਨ ਨੂੰ ਸਕੂਨ ਮਿਲਿਆ, ਮਨ ਨੂੰ ਸ਼ਾਂਤੀ ਮਿਲੀ। ਮਹਾਰਾਜ ਮੈਂ ਤੁਹਾਡੇ ਕੋਲ ਹੀ ਰਹਿਣਾ। ਮਹਾਰਾਜ ਕਹਿੰਦੇ ਨਹੀਂ ਮਨ ਸੁਖ, ਤੂੰ ਲਾਹੌਰ ਨੂੰ ਵਾਪਸ ਜਾ। ਲਾਹੌਰ ਵਾਪਸ ਗਿਆ। ਇਹ ਬੜਾ ਵੱਡਾ ਵਪਾਰੀ ਸੀ ਮਨ ਸੁਖ ਲਾਹੌਰ। ਇਹ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਜਾਂਦਾ ਹੈ। ਸਿੰਗਲਾ ਦੀਪ ਜਿਹਨੂੰ ਸ਼੍ਰੀਲੰਕਾ ਕਹਿੰਦੇ ਤੇ ਸ਼੍ਰੀਲੰਕਾ ਦਾ ਰਾਜਾ ਸੀ ਰਾਜਾ ਸ਼ਿਵਨਾਥ। ਇਹ ਜਦੋਂ ਗਿਆ ਹੈ ਉੱਥੇ ਵਪਾਰ ਕਰਨ ਵਾਸਤੇ ਤੇ ਰਾਜਾ ਸ਼ਿਵਨਾਥ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ, ਇਹਦੀ ਕਰਨੀ ਨੂੰ ਵੇਖ ਕੇ ਪ੍ਰਭਾਵਿਤ ਹੋਇਆ। ਮੈਂ ਬੇਨਤੀ ਕਰਦਿਆਂ ਕਥਨ ਬਹੁਤ ਕੀਤੇ ਜਾਂਦੇ, ਬੜੇ ਬੜੇ ਲੈਕਚਰ ਕਰ ਲੈਂਦਾ ਬੰਦਾ, ਬੜਾ ਪ੍ਰਚਾਰ ਕਰ ਲੈਂਦਾ, ਬੜੇ ਸ਼ਬਦ ਵਿਖੇ ਬੋਲ ਲੈਂਦਾ, ਬੜੇ ਸੋਹਣੇ ਸੋਹਣੇ ਸ਼ਬਦਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਗੱਲ ਕਥਨ ਤੇ ਨਹੀਂ ਹੈ, ਗੱਲ ਕਰਨੀ ਤੇ। ਤੇ ਕਰਨੀ ਪਤਾ ਕਿਹੜੀ ਹੈ? ਮਹਾਰਾਜ ਦੀ ਬਾਣੀ ਕਹਿੰਦੀ ਜੇ ਕਰਨੀ ਹੋਵੇ ਸ਼ਰਮਿੰਦਾ, ਜੇ ਕਰਨੀ ਹੋਵੇ ਸ਼ਰਮਿੰਦਾ, ਇਹਨਾਂ ਕਮਾਨੀ ਰੀਤ ਸੰਤ ਕੀ ਨਿੰਦਾ, ਸਾਖਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਆਪ ਵਿਪਰੀਤ ਭੈੜੀ ਰੀਤ ਬੰਦਾ ਧਾਰਨ ਕਰਕੇ ਬੈਠੇ, ਗੁਰੂ ਦੀ ਨਿੰਦਿਆ ਕਰੀ ਜਾਂਦਾ, ਸਾਖਤਾਂ ਦੀ ਪੂਜਾ ਕਰੀ ਜਾਂਦਾ, ਗੁਰੂ ਨੂੰ ਸੰਤ ਮੰਨਣ ਲਈ ਤਿਆਰ ਨਹੀਂ ਹੈ, ਹੋਰਾਂ ਨੂੰ ਸੰਤ ਮੰਨੀ ਜਾਂਦਾ ਹੈ, ਗੁਰੂ ਨੂੰ ਸਾਧ ਮੰਨਣ ਲਈ ਤਿਆਰ ਨਹੀਂ, ਹੋਰਾਂ ਨੂੰ ਸਾਧ ਮੰਨੀ ਜਾਂਦਾ ਹੈ, ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈ। ਦਲੀਲ ਦੇਦਾ ਸਾਡੇ ਬਾਬਾ ਜੀ ਆਹ ਕਿਆ ਕਰਦੇ ਕਿ ਜੇ ਤੁਹਾਡੇ ਬਾਬਾ ਜੀ ਆਹ ਕਿਆ ਕਰਦੇ ਤੇ ਸਾਡਾ ਬਾਪੂ ਵੀ ਸੁਣੋ ਨਾ ਕੀ ਕਹਿੰਦਾ, ਸਾਡਾ ਗੁਰੂ ਵੀ ਤਾਂ ਸੁਣੋ ਨਾ ਕੀ ਕਹਿੰਦਾ। ਲੋਕ ਐਸੀਆਂ ਐਸੀਆਂ ਦਲੀਲਾਂ ਕਰਕੇ ਦਿੰਦੇ ਨੇ, ਸਾਡੇ ਮਹਾਂਪੁਰਖਾਂ ਕਿਆ ਕਰਦੇ ਸੀ। ਭਾਈ ਗੁਰੂ ਨਾਨਕ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਗੁਰੂ ਨਾਨਕ ਦੀ ਬਾਣੀ ਸੁਣੋ, ਜੋ ਜੋ ਜਪੈ ਤਿਸ ਕੀ ਗੱਲ ਹੋਵੇ। ਮਹਾਰਾਜ ਕਹਿੰਦੇ ਜਿਹੜਾ ਜਪਦਾ ਹੈ ਨਾ, ਜਿਹੜਾ ਗਾਉਂਦਾ ਹੈ, ਜਿਹੜਾ ਸੁਣਦਾ ਹੈ ਨਾ ਬਚਨਾਂ ਨੂੰ, ਉਹਦੀ ਅਵਸਥਾ ਉੱਚੀ ਹੁੰਦੀ ਜਾਂਦੀ, ਉਹਦਾ ਜੀਵਨ ਉੱਚਾ ਹੁੰਦਾ ਜਾਂਦਾ। ਮਨ ਸੁਖ ਨੂੰ ਮਹਾਰਾਜ ਨੇ ਲਾਹੌਰ ਨੂੰ ਵਾਪਸ ਭੇਜਿਆ। ਆਪ ਗਰੀਬ ਨਵਾਜ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਦੀ ਧਰਤੀ ਤੇ ਸ਼ਬਦ ਕੀਰਤਨ ਹੁੰਦਾ, ਸੰਗਤਾਂ ਉਸੇ ਤਰ੍ਹਾਂ ਜੁੜਦੀਆਂ। ਇੱਕ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ, ਕਹਿਣ ਲੱਗੇ ਕਿ ਪੌਣੇ 3 ਸਾਲ ਹੋ ਗਏ ਸੁਲਤਾਨਪੁਰ ਦੀ ਧਰਤੀ ਤੇ ਸੰਗਤ ਜੁੜ ਰਹੀ ਹੈ, ਇੱਥੋਂ ਦਾ ਤੇ ਪਾਰ ਉਤਾਰਾ ਹੋ ਰਿਹਾ, ਇੱਥੋਂ ਦੀਆਂ ਸੰਗਤਾਂ ਦੇ ਲਾਹੇ ਪ੍ਰਾਪਤ ਕਰ ਰਹੀਆਂ ਨੇ, ਸੁਲਤਾਨਪੁਰ ਦੇ ਲੋਕਾਂ ਦਾ ਤਾਂ ਜੀਵਨ ਸੁਧਰ ਜਾਵੇਗਾ, ਪਰ ਬਾਕੀ ਸੰਸਾਰ ਦਾ ਕੀ ਬਣੇ, ਬਾਕੀ ਸਮਾਜ ਦਾ ਕੀ ਬਣੇ। ਇੱਕ ਦਿਨ ਉਹ ਵੀ ਆਇਆ ਜਿਸ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵੇਰ ਦੀ ਤਰ੍ਹਾਂ ਨਿਤ ਦੀ ਮਰਿਆਦਾ ਸੀ ਜਿਹੜੀ ਵੇਖ ਕੇ ਇਸ਼ਨਾਨ ਕਰ ਗਏ। ਇੱਥੇ ਮੈਂ ਥੋੜਾ ਜਿਹਾ ਰੁਕ ਕੇ ਇੱਕ ਬੇਨਤੀ ਕਰਨੀ ਚਾਹਾਂਗਾ। ਸਾਨੂੰ ਅੱਜ ਤੱਕ ਇਹ ਗੱਲ ਸੁਣਾਈ ਗਈ, ਪਹਿਲਾਂ ਮੈਂ ਉਹ ਜ਼ਿਕਰ ਕਰਾਂ ਕਿ ਕੁਝ ਸਾਨੂੰ ਸੁਣਾਇਆ ਗਿਆ, ਸਾਨੂੰ ਅੱਜ ਤੱਕ ਇਹ ਸੁਣਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਜਿਹੜੇ ਭੈਣਾਂ ਵੀਰ ਨੌਜਵਾਨ ਬਜ਼ੁਰਗ ਗਏ ਨਾ ਸੁਲਤਾਨਪੁਰ, ਉਹਨਾਂ ਵੇਖਿਆ ਕਿ ਵੇਈ ਬਿਲਕੁਲ ਨਾਲ ਲੱਗ ਵੇਈ ਨਦੀ ਵੱਲ ਅੱਜ ਕੱਲ੍ਹ ਤਾਂ ਸੁੱਕ ਗਈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਇਹ ਅੱਜ ਤੱਕ ਇਹ ਸੁਣਾਇਆ ਗਿਆ ਕਿ ਮਹਾਰਾਜ ਸਵੇਰੇ ਉੱਠੇ ਜਾਂਦੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਤੇ ਦੁਬਾਰਾ ਵਾਪਸ ਨਹੀਂ ਆਏ। ਕਿਸੇ ਨੇ ਕਿਹਾ ਨਾਨਕ ਡੁੱਬ ਗਿਆ। ਆ ਕੇ ਭਾਈ ਜੈ ਰਾਮ ਨੂੰ ਬੇਬੇ ਨਾਨਕ ਜੀ ਦੇ ਕੋਲ ਆ ਕੇ ਫਟਾਫਟ ਖਬਰਾਂ ਦਿੱਤੀਆਂ ਵੀ ਨਾਨਕ ਤੇਰਾ ਵੀਰ, ਭੈਣ ਨਾਨਕੀ ਨੂੰ ਆ ਕੇ ਕਹਿੰਦੇ ਤੇਰਾ ਵੀਰ
ਵੇਈ ਨਦੀ ਦੇ ਵਿੱਚ ਡੁੱਬ ਗਿਆ। ਪਰ ਕਿੰਨਾ ਭਰੋਸਾ ਹੋ, ਕਿੰਨੀ ਦ੍ਰਿੜਤਾ ਹੋ ਗਈ ਨਾ ਕਿ ਕਹਿੰਦੀ ਮੇਰਾ ਵੀਰ ਡੁੱਬ ਨਹੀਂ ਸਕਦਾ। ਕਹਿੰਦੀ ਉਹ ਤਾਂ ਡੁੱਬਿਆ ਤਾਰਨ ਵਾਸਤੇ ਆਇਆ, ਜਿਹੜਾ ਡੁੱਬਦਿਆਂ ਤਾਰਨ ਵਾਸਤੇ ਆਇਆ, ਡੁੱਬ ਕਿਵੇਂ ਸਕਦਾ? ਕਿਵੇਂ ਡੁੱਬ ਜੇ? ਮੈਂ ਨਹੀਂ ਮੰਨਦੀ ਮੇਰਾ ਵੀਰ ਡੁੱਬ ਗਿਆ। ਉਹ ਤਾਂ ਡੁੱਬਦਿਆਂ ਤਾਰਨ ਵਾਸਤੇ ਆਇਆ, ਉਹ ਡੁੱਬੇਗਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਇਹ ਲੋਕਾਂ ਨੇ ਗੱਲ ਪ੍ਰਚਲਿਤ ਕਰਤੀ, ਅੱਜ ਤੱਕ ਪ੍ਰਚਲਿਤ ਹੈ ਕਿ ਗੁਰੂ ਨਾਨਕ ਵੇਈ ਤੇ ਇਸ਼ਨਾਨ ਕਰਨ ਗਏ ਤੇ ਡੁੱਬ ਗਏ, ਤੀਜੇ ਦਿਨ ਜਾ ਕੇ ਬਾਹਰ। ਚਲੋ ਖੈਰ, ਇਹ ਇਤਿਹਾਸ ਦੇ ਖੋਜੀਆਂ ਦੀ ਵੰਗਾਰ ਹੈ। ਅਜੇ ਗੁਰਮਤਿ ਦੀ ਗੱਲ ਕਰਨ ਵਾਲੇ ਪ੍ਰਚਾਰਕਾਂ ਦੀ ਬੜੀ ਵੱਡੀ ਵੰਗਾਰ ਹੈ ਕਿ ਇਸ ਸਾਖੀ ਦੀ ਪੇਸ਼ਕਾਰੀ ਕੀ ਹੋਣੀ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਨਿਤ ਦੀ ਕਾਰ ਜਿਹੜੀ ਕਰਦੇ ਸੀ ਨਾ, ਸਵੇਰੇ ਇਸ਼ਨਾਨ ਕਰਦੇ ਸੀ, ਉਸ ਤੋਂ ਬਾਅਦ ਗੁਰੂ ਸਾਹਿਬ ਦੀ ਦੀਵਾਰ ਲੱਗਦੇ ਸੀ, ਕਥਾ ਵਿਚਾਰ ਹੁੰਦੀ ਸੀ, ਕੀਰਤਨ ਹੁੰਦਾ ਸੀ, ਸ਼ਬਦ ਦੀਆਂ ਵਿਚਾਰਾਂ ਚੱਲਦੀਆਂ ਸੀ, ਸਿੱਖੀ ਨਾਲ ਜੋੜਿਆ ਜਾਂਦਾ ਸੀ, ਰੱਬ ਨਾਲ ਜੋੜਿਆ ਜਾਂਦਾ ਸੀ। ਪ੍ਰਭੂ ਦੇ ਸਿਮਰਨ ਤੇ ਸੇਵਾ ਦਾ ਉਪਦੇਸ਼ ਗਰੀਬ ਨਵਾਜ ਪਾਤਸ਼ਾਹ ਦੇ ਗਏ ਨੇ ਵੇਖ ਕੇ ਇਸ਼ਨਾਨ ਕਰ। ਮੈਂ ਪਹਿਲਾਂ ਵੇਖੀ ਕਿ ਪੌਣੇ 3 ਸਾਲ ਮਹਾਰਾਜ ਨੇ ਸੁਲਤਾਨਪੁਰ ਦੀ ਧਰਤੀ ਤੇ ਸੰਗਤਾਂ ਜੁੜ ਗਈਆਂ, ਬੜੀਆਂ ਰੌਣਕਾਂ ਲੱਗਣ ਲੱਗੀਆਂ। ਮਹਾਰਾਜ ਕਹਿੰਦੇ ਵੀ ਇੱਥੋਂ ਦਾ ਤੇ ਪਾਰ ਹੋ ਜਾਏਗਾ, ਬਾਕੀ ਦਾ ਕੀ ਬਣੇਗਾ? ਭਾਈ ਗੁਰਦਾਸ ਜੀ ਨੇ ਇੱਕ ਬਚਨ ਵਰਤਿਆ, ਬਾਬਾ ਦੇਖਿਆ, ਬੋਲੋ ਸਾਰੀ ਸਾਧ ਸੰਗਤ, ਬਾਬਾ ਦੇਖਿਆ ਧਿਆਨ ਲਾ ਕੇ ਦੇਖਿਆ, ਦੂਰ ਅੰਦੇਸ਼ੀ ਨਾ ਦੇਖਿਆ ਬਾਬੇ, ਲੰਬੀ ਨਜ਼ਰ ਨਿਹਾਲੀਏ ਨਾ ਦੇਖਿਆ ਬਾਬੇ ਨੇ, ਦੂਰ ਅੰਦੇਸ਼ ਬਣ ਕੇ ਸੋਚਿਆ ਕਿ ਕਿਵੇਂ ਭਲਾ ਕੀਤਾ ਜਾਵੇ, ਕਿਵੇਂ ਲੋਕਾਂ ਨੂੰ ਸਿੱਧੇ ਰਾਹ ਤੋਰਿਆ ਜਾਵੇ, ਕਿਵੇਂ ਇਹ ਤਰਾਸ ਕਰਦੇ ਲੋਕਾਂ ਦੇ ਦੁੱਖਾਂ ਨੂੰ ਖਤਮ ਕਰਕੇ ਇਹਨਾਂ ਨੂੰ ਸੁੱਖਾਂ ਦੇ ਵਿੱਚ ਤਬਦੀਲ ਕੀਤਾ ਜਾਵੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਈ ਤੋਂ ਇਸ਼ਨਾਨ ਕੀਤਾ, ਪਾਰ ਕਲਾਂ ਦੇ ਵਿੱਚ ਡੁੱਬੇ ਨੇ ਵੇਈ ਦੇ ਵਿੱਚ। ਮਹਾਰਾਜ ਇਕਾਂਤ ਵਿੱਚ ਬੈਠ ਕੇ ਪਲਾਨਿੰਗ ਕੀਤੀ ਹੈ ਕਿ ਕਿਹੜਾ ਰੂਟ ਤਿਆਰ ਕੀਤਾ ਜਾਵੇ, ਕਿੱਧਰ ਨੂੰ ਜਾਇਆ ਜਾਵੇ, ਕਿਹੜੇ ਪਾਸਿਓਂ ਦੀ ਜਿਹੜਾ ਇਹ ਸਫ਼ਰ ਤੈਅ ਕੀਤਾ ਜਾਵੇ। ਜਿੱਥੇ ਜਿੱਥੇ ਲੋਕ ਕਰਮ ਕਾਂਡ ਕਰਦੇ ਨੇ ਉਹ ਰੂਟ ਤਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਉਣ ਦੇ ਲਈ। ਡੁੱਬਦੀ ਹੋਈ, ਸੜਦੀ ਹੋਈ, ਤਪਦੀ ਹੋਈ ਲੁਕਾਈ ਦੇ ਹਿਰਦੇ ਸ਼ਾਂਤ ਕਰਨ ਵਾਸਤੇ ਮਹਾਰਾਜ ਨੇ 1-2 ਦਿਨ ਬੈਠ ਕੇ ਵਧੀਆ ਢੰਗ ਨਾਲ ਪਲਾਨਿੰਗ ਕੀਤੀ, ਰੂਟ ਤਿਆਰ ਕੀਤਾ। ਜਿਹੜੇ ਪ੍ਰਚਾਰ ਦੌਰੇ ਕਰਨੇ ਸੀ ਉਹਦੀ ਰੂਪਰੇਖਾ ਤਿਆਰ ਕੀਤੀ। ਜਦੋਂ ਮਹਾਰਾਜ ਬਾਹਰ ਆਏ ਨੇ ਨਾ, ਰੌਲਾ ਪੈ ਗਿਆ ਕਿ ਨਾਨਕ ਵੇਈ ਤੋਂ ਬਾਹਰ। ਗੁਰੂ ਸਾਹਿਬ ਨੇ ਆਪਣਾ ਵਿਸ਼ਨ ਜਿਹੜਾ ਸੀ ਉਹਦੀ ਪਲਾਨਿੰਗ ਤਿਆਰ ਕਰ ਦਿੱਤੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਈ ਤੋਂ ਇਸ਼ਨਾਨ ਕੀਤਾ, ਬਾਹਰ ਆਏ, ਆ ਕੇ ਇੱਕ ਨਾਰਾ ਲਾਇਆ, ਨਾ ਕੋ ਹਿੰਦੂ ਨਾ ਮੁਸਲਮਾਨ। ਅੱਜ ਜਿਹੜੇ ਆਪਣੇ ਫਖਰ ਕਰਦੇ ਨੇ ਨਾ ਵੀ ਮੈਂ ਬੜਾ ਮੁਸਲਮਾਨ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ। ਰੱਬ ਦੇ ਬਣਾਏ ਬੰਦਿਆਂ ਨੂੰ ਬਾਣੀ ਨੇ ਆਖਿਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨਹੀਂ ਆਖਿਆ, ਸਭ ਬੰਦੇ ਕੁਦਰਤ ਦੇ। ਇਹ ਤਾਂ ਛੋਟੇ ਛੋਟੇ ਸੰਗ੍ਰਹਿ ਕਰ ਰਹੇ ਲੋਕਾਂ ਨੇ, 1000 ਬੰਦੇ ਦੀ ਗਿਣਤੀ ਇੱਧਰ ਹੋ ਗਈ, ਕਹਿੰਦੇ ਆ ਕਰ, 1000 ਵੀ ਹੋ ਗਈ, ਆ ਕਰ। ਬਹੁਤ ਗਿਣਤੀ ਲੋਕ ਹੋ ਗਏ, ਕਹਿੰਦੇ ਹਿੰਦੂ ਨੇ, ਘੱਟ ਗਿਣਤੀ ਹੋ ਗਏ ਮੁਸਲਮਾਨ ਨੇ, ਘੱਟ ਗਿਣਤੀ ਹੋ ਗਏ ਸਿੱਖ ਨੇ, ਬੋਧੀ ਹੈ, ਜੈਨੀ ਹੈ, ਪਾਰਸੀ ਹੈ, ਯਹੂਦੀ ਹੈ। ਇਹ ਵੱਖਰੇ ਵੱਖਰੇ ਬਣੇ। ਹਰ ਬੰਦੇ ਨੇ ਆਪਣੇ ਧਰਮ ਦਾ ਡੰਕਾ ਜਿਹੜਾ ਵਜਾਇਆ, ਪਰ ਧਰਮ ਸਾਰੇ ਸੰਸਾਰ ਦਾ ਇੱਕ। ਬਾਣੀ ਪੜ੍ਹ ਕੇ ਪਤਾ ਲੱਗੇ ਸਾਰੇ ਸੰਸਾਰ ਦਾ ਧਰਮ ਇੱਕੋ ਹੈ। ਪਰ ਜੇ ਸਾਰੇ ਸੰਸਾਰ ਦਾ ਧਰਮ ਇੱਕੋ ਤੇ ਫਿਰ ਇਹ ਲੋਕ ਕੀ ਨੇ? ਇਹ ਵੱਖਰੇ ਵੱਖਰੇ ਮਤ, ਇਹਨਾਂ ਨੂੰ ਮਤ ਆਖਿਆ ਜਾਂਦਾ। ਇਹ ਵੱਖਰੇ ਵੱਖਰੇ ਮਤ ਨੇ, ਹਰ ਇੱਕ ਮਤ ਦੀ ਆਪਣੀ ਮਰਿਆਦਾ ਹੈ, ਹਰ ਇੱਕ ਮਤ ਦਾ ਆਪਣਾ ਵਿਧਾਨ ਹੈ, ਹਰ ਇੱਕ ਮਤ ਦਾ ਆਪਣਾ ਕਾਨੂੰਨ ਹੈ। ਹਰ ਇੱਕ ਮਤ ਆਪਣੇ ਜਿੰਨੇ ਵੀ ਪੈਰੋਕਾਰ ਹੋਏ ਨੇ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਆਪਣੀਆਂ ਪੀੜ੍ਹੀਆਂ ਨੂੰ ਵੰਡਦਾ। ਖੈਰ ਮੈਂ ਇਹ ਬੇਨਤੀ ਕਰ ਰਿਹਾ, ਗੁਰੂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਤੋਂ ਬਾਹਰ ਆਏ ਤੇ ਇੱਕ ਹੋਕਾ ਲਾਇਆ। ਕਬਰਸਤਾਨ ਵਿੱਚ ਬੈਠ ਕੇ ਜਾ ਕੇ, ਕਬਰਸਤਾਨ ਵਿੱਚ ਹੁਣ ਸਭ ਤੋਂ ਡਰਾਉਣੀ ਚੀਜ਼ ਪਤਾ ਕਿਹੜੀ ਹੈ? ਰਾਤ ਨੂੰ ਬੰਦੇ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਗੁਜ਼ਰਨਾ ਪੈਂਦਾ ਤੇ ਤਰੇਲ ਲਾਉਣ ਲੱਗ ਪਈਆਂ ਸਰਦੀ ਦੇ ਦਿਨ, ਪੋਹ ਦੇ ਮਹੀਨੇ ਦੇ ਪਸੀਨਾ
पसीना पैरों तक छुट्टिया हो, महीना पोल होवे सर्दी के दिन होना ते बंदा रात को गुजर रहा हो शमशान घाट दे मिट्टी ते पसीने ओदे कि आए ते भूतां ने घेर लै ते सवेरे आके गुरु दे के पढ़ी जांदा दा क्या भई अकाल की तबे चलायो पंथ रात करेगा खालसा ते शामां की होया भाई पहली गल चेते कर जिहड़ी तेरे नाल रात बीती सी जब गुजर के आया सी वो गल चेते कर गुरु नानक साहब कब्रस्तान में बैठे आवाज की है ना को हिंदू ना मुसलमान इन्नी गल सुनदिया लोगों ने नवाब दौड़ खां दे कन्नां विच पा दित्ती कि नानक बाहर आ गया वे इहदे विचों ते एक उन्हें हुक्म दिता है वो कहता ना हिंदू है ना कोई मुसलमान है सारे खुदा दे बंदे रब दे बंदे ने एक पिता एक सके हम बार सारे रब दे बंदे कहंदे अच्छा उसे काजी भी चला गया काजी कहते ने इस्लाम धर्म दे जेड़े विद्वान लोग ने जेड़े अपनी कौम को संदेश देने वाले कौम को सिक्ख्यावां देने वाले इस्लाम के प्रचार करने वो काजी भी उसे चला गया नवाब दौलत खान भी चला गया नवाब दौलत खान ने काजी ने आख्या नानक जे कोई हिंदू नहीं है तो जे मुसलमान नहीं है आओ फिर साडे नाल नमाज पढ़ो दोपहर की नमाज का समय हो गुरु नानक पातशाह भी चले गए इस शास्त्र में कोई जी स्टोरी है ना जी आप सुनते इतिहास इनू मत समझना भी कोई बनौटी ये हकीकी तुहाडा इतिहास साडे पुरखियां दा इतिहास ये कोई स्टोरी नहीं है तैयार की हुई गल्लां नहीं है ये वाकया जो होया जो बीतिया है जो साडे पुरखियां ने अपने पिंडे ते हटाया वो बयान किया जाता गुरु नानक पातशाह गए मस्जिद में नमाज अदा होने लगी गरीब नवाज भी खड़े गए गुरु नानक साहब खड़े नमाज पढ़ी काजी नमाज पढ़ रहे महाराज मुस्कुरा रहे हंस रहे क्योंकि सतगुरु महाराज उस वक्त उम्र लगभग 35.5 साल की उम्र थी गुरु नानक ते इन्नी उम्र में महाराज 3 साल लगभग हो गए सी सुल्तानपुर की धरती ते रहिंदे महाराज काजी को जानते सी ते नवाब दौलत खान भी चंगी तरह जानते भी नवाब दौलत खान का जीवन किहो जिहा ते काजी का जीवन किहो जिहा ते बाकी लोगों का जीवन किहो जिहा महाराज चंगी तरह जानते सी जब नमाज पढ़ी जान लगी गरीब नवाज मुस्कुरा रहे हंस रहे नमाज पूरी हुई किसी ने कहा कि नानक ने तो नमाज पढ़ी नहीं नानक जब नमाज पढ़ रहे थे मुस्कुरा रहे थे हंस रहे थे नवाब दौलत खान ने कोल सद्या गया काजी भी आ गया काजी ने नवाब दौलत खान को आख्या कि नानक ने तौहीन की थी नानक ने नमाज नहीं पढ़ी ये तो मुस्कुरा रहे थे महाराज कहते मैं नमाज की के नाल पढ़ा नमाज मैं भी नहीं पढ़ी तो नमाज काजी साहब उसी भी नहीं पढ़ी जिथे गुरु नानक साहब महाराज जी ने शिक्षा दी है उसे बड़ा बड़ा पक्ष लिया कि निरभैता का पक्ष होता सामने गुरु साहब निडरता का पक्ष होता है निडर होकर महाराज आख्या काजी साहब ये मैं नमाज नहीं पढ़ी तो नमाज तुसी नहीं बोलो जी नहीं पढ़ी जे मैं नमाज नहीं पढ़ी तो नमाज तुसी भी नहीं पढ़ी महाराज असी तो नमाज पढ़ रहे थे तुसी कहते तुसी नमाज नहीं पढ़ी नवाब दौलत खान कहने लगे कि नानक किवें नहीं नमाज पढ़ी कहते काजी साहब जे तुसी ये गल कहते हो कि नानक मुस्कुरा रहा मुस्कुरा तो मैं इस करके रहा कि तुहाडे घर दे विच घोड़ी का नाप जम्मिया बशेरा जिहड़ा सी तुहाडा तां ध्यान ओहदे विच सी कि कोई विच ना डिग पवे नमाज तुसी किथों कीती कहते कि आओ नवाब दौलत खान कहते चलो छड्डो काजी तुसी मेरे नाल नमाज करो ते महाराज कह लगे कि चलो नवाब दौलत खान दे नाल हुण नमाज हो लगी महाराज फिर मुस्कुरा नवाब दौलत खान ने सवाल किया कहते हुण क्यों मुस्कुराए तुसी तौहीन करदे हो साडी नमाज कहते नवाब साहब मैं तां नमाज तां तुहाडे नाल पढ़दा
जे तुहाडा ध्यान नमाज विच हुंदा, तुहाडा ध्यान ते आप किधरे काबल कंधार विच पहुंचा होया सी घोड़े खरीदण वास्ते। ख्याल करो कितना बड़ा तजर्बा गुरु नानक साहब जी का सी। पता सी काजी का की ध्यान है, पता सी नवाब दौलत खान केड़ी चीज को पसंद करता है, ध्यान उन्हां दा किथे खड़ा है। इस साखी तो सानू भी यह शिक्षा मिलती कि जे गुरुद्वारा साहब विच बैठे हैं ना, ध्यान गुरु की बाणी वाल होवे। ये ना होवे कि कणक की बिजाई होनी है, सवेरे खाद नहीं फुटी हुई, बीज नहीं पूरा होया, किथों ये सारा कुछ लैके आना। ध्यान साडा उधर होवे, बैठे गुरु घर के खोले। बच्चा क्लास में बैठा होवे ते बच्चे का ध्यान अपने मां बाप नाल होवे कि मेरा मां बाप किसी पार्टी विच, किसी ब्याह विच, किसी समागम विच पहुंचा होवेगा, मैनूं नहीं लैके गया। बच्चे का शरीर स्कूल विच आ, पर बच्चे का ध्यान स्कूल विच, क्लास विच नहीं। वो बच्चा फेल होवेगा। महाराज कहने लगे नवाब साहब तुहाडा अपना ध्यान नमाज विच नहीं है, काजी साहब तुहाडा अपना ध्यान नमाज विच नहीं है, कि तुसी मैनूं कह रहे हो कि नमाज नहीं पढ़ी। मैं नमाज किहदे नाल पढ़दा? कितनी बड़ी निडरता सी, कितनी बड़ी निर्भयता सी, कितना निडर होकर महाराज ने समय के नवाब के सामने गल की। इस के बाद गरीब नवाज सच्चा पातशाह महाराज जी की चर्चा होने लगी आले दुआले के विच, बड़ी बड़ी चर्चा। भाई गुरु नानक जी का वचन साझा किया सी ना, बाबा देखे ध्यान तार जड़ती सब पृथ्वी दस्या। गरीब नवाज देखो ये बड़ा बड़ा सफर है, साथ संगत कोई छोटा या सफर नहीं। ये सफर पता कितों शुरू होता है? रवाब दी तारा तो सफर शुरू होके केसगढ़ की धरती से बजते हुए नगारे तक का सफर है। रवाब दी तारा को लेके रणजीत नगारे तक का सफर है, बड़ा बड़ा सफर है। ये सफर आज शुरू होना जो 1507 ईस्वी में वेई तो बाहर आके गरीब नवाज पातशाह जी ने पहली प्रचार फेरी, जिन्हों असी उदासियां कहते, उदासियां कहते, महाराज ने पहली प्रचार फेरी जिहड़ी है आरंभ करनी, वो कितों करनी है? सुल्तानपुर की धरती तो। वेई को लेके सरसा तक का सफर देखो ध्यान। जेडे लोग इनकलाब का जन्म होया विच बैठ के ना माफ करो, राज भोरिया में बैठ के नहीं पलटे जाते, तख्ते पलटने होंगे ना जदों, उदों मर्द अपनियां जवानियां घोल घुमा देंगे ने, अपनियां जवानियां घोल घुमा देंगे। 8 साल की पहली प्रचार फेरी, 8 साल पहली प्रचार फेरी 1507 तो लैके 1515 गुरु नानक साहब महाराज कार्य करते, 8 साल कार्य करते। लक्ष्मीदास, श्री चंद अते माता सुलखणी जी गुरु नानक साहब महाराज जी के माता पिता मेहता कल्याण दास, माता तृप्ता सब तो पहला जो प्रचार फेरी आरंभ कर लगे इथों सुल्तानपुर की धरती तो तुरे ने सब गुरु नानक। देखो रास्ता केड़ा होगा, यो वो जिन्हों शेरशाह सूरी मार्ग आख्या जाता, जेड़ा शेरशाह सूरी मार्ग है ना, वो रास्ता जेड़ा गुरु नानक साहब महाराज जी ने पकड़िया। इस रास्ते होंदे हुए लाहौर पहुंचे। लाहौर में दुनी चंद नाम का व्यक्ति है, जवाहर माल के जेड़ा चौहाटा सी महाराज को पिपल के हेठ बैठे ने जाके लोग इकट्ठे हुए। उस वक्त दुनी चंद ने अपने बड़े वडेरियां का सराध किया सी, जेड़े सराध करते अज भी साडे लोकां च बड़ा प्रचलित है सराध। पुराने समय में ना पुजारी को लोग सराध पाते थे, वो अपने पेट के ऊपर धागा बन के जाता सी, खाई जाता सी। जो है धागा टाइट हो जाता सी ना, उदों कहता सी हुण तुहाडे पिता नूं पहुंच गया, हुण तुहाडे बुजुर्गां तक पहुंच गया। भोजन पदार्थ वधिया परिवार में तैयार कीते होंदे सी। छकण तो बाद कहता सी जाओ पैसे दंद कसाई जाओ। दंद कसाई मीनिंग पता की? तुहाडा भोजन खांदियां खांदियां मेरे दंद कस गए, ਇਹਦੇ ਲਈ ਮੈਨੂੰ ਦੰਦ ਕਸਾਈ ਦਿਓ। ਅੱਜ ਵੀ ਜਦੋਂ ਕਹਿੰਦੇ ਨਾ 5 ਸਿੰਘਾਂ ਨੂੰ ਘਰੇ ਬਸ਼ਰਤ ਚਕਾਓ ਦੇ ਤੋਂ ਬਾਅਦ 55 ਰੁਪਏ 101 ਰੁਪਏ ਉਹ ਦੰਦ ਕਸਾਈ ਦਿਓ। ਇਹ ਜਿਹੜੀਆਂ ਪਿਰਤਾਂ ਨੇ ਦੰਦ ਕਸਾਈ ਵਾਲੀਆਂ ਨੇ, ਬਾਹਰਲੇ ਮੁਲਕਾਂ
ਦੇ ਵਿੱਚ ਵੀ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਲਿਫਾਫਿਆਂ ਦੇ ਵਿੱਚ ਪਾ ਕੇ ਡਾਲਰ ਗਾੜੀ ਰੱਖ ਦਿੰਦੇ। ਇਹ ਕੀ ਹੈ ਜੀ? ਇਹ ਤੁਹਾਡਾ ਮਾਨਤਾਨ ਕੀਤਾ ਗਿਆ। ਮਾਨਤਾਨੀ ਦਾਦਕ ਸਾਈ, ਤੁਸੀਂ ਦਾਦਕ ਸਾਈ ਦੇ ਰਹੇ। ਇਹੋ ਕਿਰਤਾਂ ਜਿਹੜੀਆਂ ਸੀ ਪੁਜਾਰੀ ਵਾਲੀਆਂ ਉਹ ਨਿਕਲੀਆਂ ਹੀ ਨਹੀਂ ਅੱਜ ਤੱਕ ਸਾਡੇ ਮਨਾਂ ਦੇ ਵਿੱਚੋਂ। ਸਰਾਧ ਕਰਵਾਉਣੇ, ਮਰ ਚੁੱਕੇ ਬਜ਼ੁਰਗਾਂ ਦੇ ਸਰਾਧ ਕਰਵਾਉਣੇ, ਖੀਰ ਕੜਾਹ ਕਰਵਾਉਣਾ। ਮਾਫ ਕਰਿਓ ਗੁਰੂ ਕੇ ਪਿਆਰਿਓ, ਇਹਦੇ ਤੋਂ ਬਾਅਦ ਇੱਕ ਸਾਖੀ ਹੋਰ ਆਵੇਗੀ। ਇਹ ਦੁਨੀ ਚੰਦ ਨੇ ਸਰਾਧ ਕਰਵਾਇਆ, ਲੋਕਾਂ ਨੂੰ ਸੱਦਿਆ। ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਵੀ ਭੋਜਨ ਛਕੋ। ਮਹਾਰਾਜ ਕਹਿੰਦੇ ਮੈਂ ਭੋਜਨ ਨਹੀਂ ਛਕਦਾ। ਮਹਾਰਾਜ ਬੜਾ ਸੋਹਣਾ ਭੋਜਨ ਬਣਿਆ। ਕਹਿੰਦੇ ਲੋਕਾਂ ਨੂੰ ਤੂੰ ਛਕਾ ਨਹੀਂ ਰਿਹਾ, ਆਹ ਧਨ ਪਦਾਰਥ ਇੰਨਾ ਇਕੱਠਾ ਕੀਤਾ ਹੀ, ਐਡੀ ਵੱਡੀ ਜਾਇਦਾਦ ਇਕੱਠੀ ਕੀਤੀ ਲੋਕਾਂ ਵਿੱਚ ਤਾਂ ਤੂੰ ਵੰਡ ਨਹੀਂ ਸਕਿਆ, ਤੇ ਤੂੰ ਸਾਡੇ ਵਾਸਤੇ ਜਾ ਕੇ ਕਹਿੰਦਾ ਵਾ ਵੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਤੁਹਾਡੇ ਲਈ, ਛਕੋ। ਮਹਾਰਾਜ ਕਹਿੰਦੇ ਅਸੀਂ ਨਹੀਂ ਛਕਦੇ। ਮੈਂ ਆਪਣੀ ਗੱਲ ਕੀਤੀ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੂਈ ਰੱਖ ਲਾ ਤੇ ਸਾਨੂੰ ਅਗਲੇ ਜਨਮ ਵਿੱਚ ਦੇ ਦੇ। ਕਹਿੰਦਾ ਮਹਾਰਾਜ ਅਗਲੇ ਜਨਮ ਵਿੱਚ ਕਿਵੇਂ ਦੇਵਾਂ? ਮਹਾਰਾਜ ਕਹਿੰਦੇ ਜਿਹੜਾ ਮਾਰ ਲਾਏ ਧਰਦੇ ਇਹ ਕਿੱਥੇ ਖੜਦਾ, ਕਿੱਥੇ ਲੈ ਕੇ ਜਾਵਾਂ? ਬਾਂਡੇ ਨਾਲ ਲੋੜਵੰਦਾਂ ਦੇ ਵਿੱਚ ਕਰਦੇ ਕਿਸੇ ਦੀ ਜ਼ਰੂਰਤ ਪੂਰੀ, ਲੋਕ ਤਰਾਸ ਕਰਦੇ ਨੇ, ਪਰ ਉਹ ਲੋਕਾਂ ਦਾ ਖੂਨ ਤੁਸੀਂ ਗਾ ਰਿਹਾ। ਅਕਸਰ ਇਹਨਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸ਼ਾਹੂਕਾਰ ਹੁੰਦੇ ਸੀ, ਉਹ ਵਿਆਜ ਲਾ ਲਾ ਕੇ, ਇੱਕ ਤਾਂ ਗਰੀਬ ਬੰਦਾ ਉਹਦੇ ਤੋਂ ਪੈਸੇ ਲੈਂਦਾ ਸੀ, ਵਿਆਜ ਲਾ ਲਾ ਕੇ ਉਹਨੂੰ ਸਦਾ ਹੀ ਕਰਜ਼ਾਈ ਰੱਖਦਾ ਸੀ, ਉਹਨੂੰ ਨਹੀਂ ਸਿੱਧਾ ਉੱਠਣ ਦਿੰਦਾ। ਉਹ ਕਹਿੰਦਾ ਸੀ ਜਿੰਨਾ ਮੈਂ ਤੈਨੂੰ ਮੋਲ ਦਿੱਤਾ ਉਹਦੇ ਨਾਲ ਜਿੰਨਾ ਵਿਆਜ ਬਣੇਗਾ, ਵਿਆਜ ਦੇ ਨਾਲ ਹੋਰ ਵਿਆਜ ਲਾ ਲਾ ਕੇ ਸ਼ਾਹੂਕਾਰ ਲੋਕ ਗਰੀਬਾਂ ਨੂੰ ਸਦਾ ਹੀ ਗੁਲਾਮ ਬਣਾ ਦਿੰਦੇ ਸੀ। ਇਹਨਾਂ ਦੇ ਵਿੱਚੋਂ ਇੱਕ ਦੁਨੀ ਚੰਦ ਸੀ। ਮਹਾਰਾਜ ਨੇ ਉਪਦੇਸ਼ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ। ਇਹ ਲਾਹੌਰ ਤੋਂ ਜਦੋਂ ਮਹਾਰਾਜ ਅੱਗੇ ਤੁਰੇ ਨੇ, ਤਲਵੰਡੀ ਪਹੁੰਚੇ ਨੇ, ਆਪਣੇ ਮਾਤਾ ਪਿਤਾ ਨੂੰ ਮਿਲੇ। ਹੁਣ ਪ੍ਰਚਾਰ ਫੇਰੀ ਨੂੰ ਤੁਰਨਾ ਹੈ, ਲੰਬੇ ਸਫ਼ਰਾਂ ਨੂੰ ਤੁਰਨਾ ਹੈ, ਰਸਤੇ ਦੇ ਵਿੱਚ ਜੰਗਲ ਮੇਲਿਆਂ ਵਿੱਚ ਵੀ ਤੁਰਨਾ ਹੈ, ਪਹਾੜਾਂ ਪਰਬਤਾਂ ਨੂੰ ਚੀਰਦਿਆਂ ਤੁਰਨਾ ਹੈ, ਮਾਰੂ ਖਾਲਾਂ ਨੂੰ ਚੀਰਦਿਆਂ ਤੁਰਨਾ ਹੈ। ਕੀ ਪਤਾ ਜਿਉਂਦੇ ਵਾਪਸ ਆਈਏ ਜਾਂ ਨਾ ਆਈਏ। ਜਾਂਦਿਆਂ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਰੁਕੇ। ਤਲਵੰਡੀ ਦੀ ਧਰਤੀ ਤੇ ਆਪਣੇ ਪਿਤਾ ਮਹਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ ਨੂੰ ਘੁੱਟ ਕੇ ਗਲਵਕੜੀ ਪਾਈ ਹੈ, ਤੁਰਨ ਲੱਗਿਆ। ਕਿਆ ਮਾਂ ਅਕਾਲ ਪੁਰਖ ਵਾਹਿਗੁਰੂ ਦੇ ਪਾਣੀ ਵਿੱਚ ਰਹਿਣਾ। ਅਸੀਂ ਲੰਬੇ ਸਫ਼ਰਾਂ ਨੂੰ ਚੱਲੇ ਆ, ਜੇ ਜਿਉਂਦੇ ਰਹੇ ਤੇ ਵਾਪਸ ਆ ਕੇ ਮਿਲਾਂਗੇ, ਜੇ ਨਾ ਜਿਉਂਦੇ ਰਹੇ ਤੇ ਅਕਾਲ ਪੁਰਖ ਦਾ ਪਾਣੀ। ਦੇਖੋ ਕਿੰਨੀ ਵੱਡੀ ਇਹ ਦ੍ਰਿੜਤਾ ਸੀ। ਇਹਨੂੰ ਭਾਈ ਗੁਰਦਾਸ ਜੀ ਨੇ ਆਖਿਆ, ਬਾਬਾ ਦੇਖੇ ਧਿਆਨ ਤਰ ਜੜਦੀ ਸਭ ਪ੍ਰਿਥਵੀ ਦੇ ਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਦਰ ਧਰਤ ਲਗਾ। ਗੁਰੂ ਤੋਂ ਬਾਬਾ ਤੋਂ ਬੜੇ ਪੈਗੰਬਰ ਆਏ। ਭਾਰਤ ਦੀ ਧਰਤੀ ਤੇ ਜਿੰਨੀਆਂ ਲੜਾਈਆਂ ਹੋਈਆਂ ਨਾ, ਜ਼ਾਰ ਜ਼ੋਰੂ ਤੇ ਜ਼ਮੀਨ, ਤਿੰਨ ਚੀਜ਼ਾਂ ਦੀ। ਜ਼ਮੀਨ ਦੀ ਖਾਤਰ ਯੁੱਧ ਹੁੰਦੇ ਰਹੇ, ਔਰਤਾਂ ਦੀ ਖਾਤਰ ਯੁੱਧ ਹੁੰਦੇ ਰਹੇ। ਕੀ ਖਟਿਆ ਹੋਇਆ? ਜੇ ਗੁਰੂ ਨਾਨਕ ਸਾਹਿਬ ਜੀ ਦਾ ਯੁੱਧ ਹੋਇਆ ਨਾ ਬਾਬਰ ਦੇ ਨਾਲ, ਮਹਾਰਾਜ ਡਟ ਕੇ ਖੜੇ। ਇੱਕ ਬੇਨਤੀ ਤੇ ਹੋਰ ਕਰ, ਬਹੁਤੇ ਭੈਣਾਂ ਵੀ ਕਹਿੰਦੇ ਵੀ ਗੁਰੂ ਨਾਨਕ ਦੀ ਵਿਚਾਰ ਬੜੀ ਚੰਗੀ ਸੀ, ਕੋਈ ਸ਼ੱਕ ਨਹੀਂ, ਬੜੀ ਚੰਗੀ ਸੀ। ਬੜੇ ਬੜੇ ਬੁੱਧੀਜੀਵੀ ਵੀ ਇਹ ਕਹਿ ਦਿੰਦੇ ਵੀ ਗੁਰੂ ਨਾਨਕ ਨੇ ਦੇਖੋ ਬੜਾ ਪਿਆਰਾ ਧਰਮ ਚਲਾਇਆ, ਤੇ ਗੁਰੂ ਨਾਨਕ ਨੇ ਕਿਤੇ ਭੜਕਾਊ ਗੱਲ ਨਹੀਂ ਕਹੀ, ਤੇ ਨਾ ਕਿਸੇ ਨੂੰ ਡਰਾਇਆ ਤੇ ਨਾ ਕਿਸੇ ਨਾਲ ਲੜਿਆ। ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਜੰਗਾਂ ਹੀ ਲੜਦੇ ਰਹੇ, ਗੁਰੂ ਗੋਬਿੰਦ ਸਿੰਘ ਤੇ ਜੰਗਾਂ ਹੀ ਲੜਦੇ ਰਹੇ, ਤੇ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਹੱਥ ਵਿੱਚ ਫੜ ਲਈ, ਗੁਰੂ ਨਾਨਕ ਨੇ ਥੋੜਾ ਫੜੀ ਸੀ। ਇਹ ਕਈਆਂ ਨੇ ਆਪਣੀਆਂ ਐਸੀਆਂ ਮਾਰ ਘੱਟ ਦੀਆਂ ਦਲੀਲਾਂ ਦਿੱਤੀਆਂ। ਪਰ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੋ ਕਿ ਬਾਬੇ ਕੋਲ ਕੁਝ ਹੈਗਾ ਸੀ। ਸਭ ਤੋਂ ਵੱਧ ਜਿਹੜੀ ਭਰੋਸੇਯੋਗ ਸਮੱਗਰੀ ਹੈ ਨਾ, ਉਹ ਭਾਈ ਗੁਰਦਾਸ ਦੀ ਸਾਡੇ ਸਾਹਮਣੇ ਲਿਆਉਂਦੇ। ਭਾਈ ਗੁਰਦਾਸ ਜੀ ਕਹਿੰਦੇ ਬਾਬੇ ਦੇ ਕੋਲ ਵੀ ਹਥਿਆਰ ਹੈਗੇ ਸੀ, ਬਾਬੇ ਦੇ ਕੋਲ ਵੀ ਸ਼ਾਇਦ ਸੀ, ਆਸਾ ਹੱਥ ਕਿਤਾਬ ਕੱਚ। ਬਾਬੇ ਦੇ ਕੋਲ ਸ਼ਾਇਦ ਵੀ ਸੀ ਤੇ ਕਿਤਾਬ ਵੀ ਸੀ। ਕਿਤਾਬ ਕੱਚ ਦਾ ਤੇ ਪੋਥੀ ਬਾਣੀ ਪੜ੍ਹ, ਜਿਹੜੀ ਬਾਣੀ ਕਤਰ ਕਰਦੇ ਸੀ ਭਗਤ ਸਾਹਿਬਾਨ। ਆਸਾ ਹੱਥ ਕਿਤਾਬ ਕੱਚ ਭਾਈ ਗੁਰਦਾਸ ਕਹਿੰਦੇ ਬਾਬੇ ਦੇ ਕੋਲ ਵੀ ਹੈ ਸੀ। ਉਹ ਭਾਵੇਂ ਨੇਜਾ ਹੋਵੇ, ਭਾਵੇਂ ਬਰਛਾ ਹੋਵੇ, ਭਾਵੇਂ ਖੁੰਡਾ ਹੋਵੇ, ਭਾਵੇਂ ਡੰਡਾ ਹੋਵੇ, ਜ਼ਰੂਰ ਹੈਗਾ ਸੀ ਬਾਬੇ ਦੇ ਕੋਲ।
गुरु नानक पातशाह जी जदों तुरदे ने तलवंडी तो मां नूं गलवकड़ी विच लैंदे ने, मां नाल गलवकड़ी पाउंदे ने, पिता दे नाल गलवकड़ी पाउंदे ने, कहंदे पिता जी मां जी जे जिउंदे रह ते वापस सपना तो बुड़ांगे ते तुहाडे नाल फिर आके मुलाकात करा, जे ना जिउंदे मुड़े ते काल मुक्ता पाना। साडे बच्चे ने बाहर जाना होवे ना ते एयरपोर्ट ते एवें गलेडू सुट्टी जांदे ने, साडे एवें गलेडू सुट्टी जांदे ने कि पता भी वो पहुंच गया सारी। आज तक दुनिया मुठी च वीडियो कॉल करते हैं, बच्चा साडे नेड़े हुंदा गल्लां करी जांदे ने, की खा रहे हो, की पी रहे हो, की पहने हैं, कितनी ठंड है, कितनी गर्मी है, सारी गल्लां असीं कर रहे हैं। फिर भी साडे अंदर वो दृढ़ता नहीं है, वो सबर नहीं है कि जे साडा बच्चा विदेश जा रहा या किधरे साडी अखां तो दूर जा रहा ते तां की है। अज कन्या भी साडे अपने निजी काम वास्ते है, अपने काम वास्ते जा रहा है, संसार के भले नहीं जा रहा। एक मां का पुत्र संसार के भले की तौर लगा, मां ने आशीर्वाद दिता जा जिंदा है पुत्रा, जेड़े सपना नूं चलिया इन्हां सपना दे विच तेरी सफलता, इन्हां सपना ते तेरी सफलता होएगी। जदों मां ने असीं दित्ती, भाई मर्दाना जी सपना का साथी है गुरु नानक साहब जी, तुर पै तलवंडी, तलवंडी तो एमनाबाद जिन्हों सैदपुर, सैदपुर असली नाम सैयदपुर है, सैदपुर लगभग तलवंडी तो 50 मील का फासला, 50 मील का फासला। महाराज तुरे ने तलवंडी तो जब तुरे ना, देखो कितना सोहना रूप तैयार किया। तलवंडी तो तुर के महाराज पहुंचे ने एमनाबाद। एमनाबाद एक रहता है किरती सिख जिहदा नाम है भाई लालू, भाई लालू ते भाई लालू ना लकड़ का काम करता सी। साडे आम तौर ते ना जेड़ा लकड़ का काम करदा उन्हें तरखान कहंदे ने, जेड़ा लोहे का काम करे उन्हें लोहार कहंदे ने, ते दाता नहीं अगे माफ करे। कमी शब्द जेड़ा ना साडे पंजाब विच वरतिया जांदा, कमी, कमी ते काम करने वाले नूं कहंदे ने, ये कोई नीति वाला शब्द थोड़ी है। पर इहनूं किहड़ियां नज़रां नाल तक्किया गया कि कमी वो है जेड़ा काम करने वाला है। मेहनती नूं तां महाराज दी बाणी ने आख्या सदके जाइए, मेहनती तो किरती तो काम करने वाले को, वेलण नूं ते महाराज ने बाणी ने भी आख्या ओए हर के संत ना आखिए बना सके, बोलो जी ठाकर, बना सके ठाकर क्या वेलण। ऐसे संत ना मौका पावे, डाला सो पेड़ा कटवावे, कहते जेड़ा एहो जिहा मैनूं चाहीदा कि जेड़ा समूलचा दरख्त पत्तियां तो लैके जड़ां तक समूलचे दरख्त खा जाए। ਅਸੀਂ ਕਹਿੰਦੇ ਉਹਨੂੰ ਪੁੱਜਦੇ ਹਾਂ, ਕਿਰਤੀ ਨੂੰ ਕੌਣ ਪੁੱਜਦਾ? ਕਿਰਤੀ ਦਾ ਰੋਲ ਦਿੱਤਾ ਸੜਕਾਂ ਤੇ, ਭਾਰਤੀ ਲੋਕਾਂ ਨੇ ਰੋਲ ਕੇ ਰੱਖ ਦਿੱਤਾ ਹੈ ਉਹਦੇ ਹਾਕਮਾਂ ਨੇ ਕਿਰਤੀ ਨੂੰ। ਕਿਰਤੀ ਦਾ ਪੁੱਜਣ ਦੇ ਯੋਗ ਹੈ ਜਿਹੜਾ ਦੂਜਿਆਂ ਦਾ ਪੇਟ ਭਰਦਾ ਹੈ, ਉਹਨੂੰ ਕਮੀ ਆਖਦੇ ਨੇ ਕੰਮ ਕਰਨ ਵਾਲੇ। ਪਰ ਬ੍ਰਾਹਮਣ ਦੀ ਫਿਲਾਸਫੀ ਦੇ ਮੁਤਾਬਕ ਉਹ ਸ਼ੁੱਧ ਹੈ। ਮਨੂ ਸਿਮਰਤੀ ਦੇ ਮੁਤਾਬਕ, ਮਨੂ ਰਿਸ਼ੀ ਦੇ ਮੁਤਾਬਕ ਕੰਮ ਕਰਨ ਵਾਲਾ ਜਿਹੜਾ ਸ਼ੁੱਧ ਹੈ वो तो देवते के पैरों में पैदा हुआ है और ਉਹਦਾ ਪਰਛਾਵਾਂ ਪੈਣ ਦੇ ਨਾਲ ਕਰਮ ਧਰਮ ਵੀ ਪਿੱਟ ਜਾਂਦੇ ਨੇ। ਇੱਕ ਪਾਸੇ ਪੈਦਾ ਨੀਵਾ ਹੈ, ਦੂਜੇ ਪਾਸੇ ਪੈਦਾ ਮੇਰੇ ਕਰਮ ਧਰਮ ਦੇ ਪਰਛਾਵੇਂ ਨਾਲ ਪਿੱਟ ਜਾਂਦੇ। ਫਿਰ ਤਗੜਾ ਕੌਣ ਹੈ? ਜਿਹਦੇ ਪਰਛਾਵੇਂ ਨਾਲ ਕਰਮ ਧਰਮ ਪਿੱਟ ਗਏ ਉਹ ਤਗੜਾ ਹੈ। ਖੈਰ ਗੁਰੂ ਨਾਨਕ ਪਾਤਸ਼ਾਹ ਤੁਰੇ ਨੇ ਤਲਵੰਡੀ ਤੋਂ ਪਹੁੰਚੇ ਨੇ ਅਹਿਮਦਾਬਾਦ। ਇੱਕ ਲੱਕੜ ਦਾ ਘਰ, ਕੱਚੇ ਘਰ ਦਾ ਦਰਵਾਜ਼ਾ ਲੱਕੜ ਦਾ। सियाने बुजुर्ग जानते भी पुराने दरवाजे किहो जाते सी, लकड़ का दरवाजा लगा है। अंदर किरत कर रहा है अपनी किरती सिख जिहदा नाम है भाई लालू। बाबे ने दरवाजा खड़काया, जिवें उदों दरवाजे खड़काए जाते, अज तां बैल लगी होंदी है, अज तां बैल खड़काउंदे ਉਹ भी सत्ती सत्ती घंटी अंदरों निकलता है। कोई मेरा बड़ा परेशान किया, कौन है बाहर दे बाबा जी ने जब दरवाजा खड़काया, लालो खोल दरवाजा, भाई लालू ने दरवाजा खोलिया ते बागो बाग उठिया। दुनिया के मालिका, दुनिया के दातिया, तेरे दर्शनां दा सारी भुख मिट गई। मेरे गरीब दे घर महाराज मेरा कोई पछावा नहीं कोई लेना चाहता, महाराज मेरे ते कोई दर्शन नहीं करना चाहता, तुसी मेरे घर आ गए। हाँ भाई लालू तेरे घर आ भाई लालू बहुतियां गल्लां नहीं मेरे कोल, मैनूं प्रसादा लिया के प्रसादा छकना तुहाडे कोल कि देखो जिन्हां नूं दरकारिया गया ना
ਉਹਨਾਂ ਦੇ ਘਰ ਵਿੱਚ ਬੈਠ ਕੇ ਗੁਰੂ ਨਾਨਕ ਨੇ ਪ੍ਰਸ਼ਾਦਾ ਛਕਿਆ। ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਵੇਖੋ, ਸਤਿਗੁਰੂ ਮਹਾਰਾਜ ਖੁਦ ਕਹਿੰਦੇ ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤੇਰੇ ਕੇ ਸੰਗ ਸਾਸ ਵੱਡਿਆਂ ਸਿਓ ਕਿਆ ਰੀਸ। ਜਿੱਥੇ ਨੀਚ ਸਮਾਦੇ ਜਿਨ੍ਹਾਂ ਨੂੰ ਨੀਵੇਂ ਕਿਹਾ, ਜਿਨ੍ਹਾਂ ਨੂੰ ਸੁੰਦਰ ਕਿਹਾ, ਜਿਨ੍ਹਾਂ ਨੂੰ ਨਿਮਾਣੇ ਕਿਹਾ ਗਿਆ, ਜਿੱਥੇ ਨੀਚ ਸਮਾਦੇ ਜਿੱਥੇ ਨਦਰ ਤੇਰੀ ਬਖਸ਼ੀਸ਼। ਆ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਮਹਾਰਾਜ ਨੇ ਭਾਈ ਲਾਲੋ ਜੀ ਤੋਂ ਪ੍ਰਸ਼ਾਦਾ ਛਕਿਆ, ਉਹਦੇ ਦਾ ਪ੍ਰਸ਼ਾਦ। ਸਿਆਣੇ ਬਜ਼ੁਰਗ ਜਾ ਕੇ ਬਾਜਰੇ ਦੀ ਰੋਟੀ ਤਿਆਰ ਹੁੰਦੀ ਸੀ, ਮੱਕੀ ਦੀ ਰੋਟੀ ਤਿਆਰ ਕਰਦੇ ਸੀ, ਭਖੜੇ ਦੀ ਰੋਟੀ ਤਿਆਰ ਕਰਦੇ ਸੀ। ਇਹੋ ਜਿਹਾ ਪ੍ਰਸ਼ਾਦਾ ਤਿਆਰ ਹੁੰਦਾ ਸੀ ਉਦੋਂ। ਮਹਾਰਾਜ ਨੇ ਜਦੋਂ ਪ੍ਰਸ਼ਾਦਾ ਛਕਿਆ ਤੇ ਭਾਈ ਲਾਲੋ ਨੂੰ ਗਲਵਕੜੀ ਚ ਲੈ ਲਿਆ, ਪਿਆਰ ਦਿੱਤਾ। ਲਾਲੋ ਤੇਰੇ ਪ੍ਰਸ਼ਾਦੇ ਵਿੱਚ ਬੜਾ ਆਨੰਦ ਹੈ, ਬੜਾ ਰਸ ਹੈ। ਅੱਜ ਪ੍ਰਸ਼ਾਦਾ ਭਾਵੇਂ ਬੰਦਾ 36 ਪ੍ਰਕਾਰ ਦਾ ਤਿਆਰ ਕਰ ਲੈ, ਰਸ ਨਹੀਂ ਹੈ। ਕਿਉਂ? ਜਿਹੜਾ ਤਿਆਰ ਕਰਨ ਵਾਲਾ ਉਹਦੀ ਰੂਹ ਖੁਸ਼ ਨਹੀਂ ਤਿਆਰ ਕਰਦਾ। ਜਿਹੜਾ ਲਿਆਂਦਾ ਗਿਆ, ਜਿੱਥੋਂ ਲਿਆਂਦਾ ਗਿਆ, ਜਿਹਨੇ ਦੇ ਦਿੱਤਾ, ਉਹਦੀ ਤਾਂ ਰੂਹ ਹੀ ਨਹੀਂ ਸੀ ਕਾਬੂ, ਉਹਦਾ ਤਾਂ ਰੂਹ ਹੀ ਨਹੀਂ ਸੀ ਕਰ ਰਿਹਾ। ਇਹ ਪ੍ਰਸ਼ਾਦਾ ਜਿਹੜਾ ਬਣਿਆ, ਇਹ ਆਇਆ ਕਿਵੇਂ, ਇਹਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਹੈ। ਇੱਕ ਡਾਕਟਰ ਜਿਹੜਾ ਕਿਸੇ ਕਲੀਨਿਕ ਤੇ ਕੰਮ ਕਰਦਾ, ਕਿਸੇ ਹਸਪੀਟਲ ਵਿੱਚ ਕੰਮ ਕਰਦਾ, ਥੋੜਾ ਧਿਆਨ ਨਾਲ ਸਮਝਿਓ। ਕੱਲੀ ਡਾਕਟਰ ਦੀ ਗੱਲ ਨਹੀਂ, ਮੈਂ ਕੇਵਲ ਐਗਜ਼ਾਮਪਲ ਦੇ ਰਿਹਾ। ਇੱਕ ਡਾਕਟਰ ਜਿਹੜਾ ਕਿਸੇ ਕਲੀਨਿਕ ਤੇ ਕੰਮ ਕਰਦਾ ਹੈ ਜਾਂ ਕਿਸੇ ਹਸਪੀਟਲ ਤੇ ਕੰਮ ਕਰਦਾ, ਕੋਈ ਉਹਦੇ ਕੋਲ ਜਾਂਦਾ, ਕਹਿੰਦਾ ਵੀ ਸਾਡੇ ਘਰ ਵਿੱਚ ਨਾ ਧੀ ਪੈਦਾ ਹੋ, ਤੁਸੀਂ ਜਿੰਨੇ ਪੈਸੇ ਕਹੋ ਨਹੀਂ ਦੇ ਦੇਣਗੇ, ਇਹਨੂੰ ਕਤਲ ਕਰ। ਇਹ ਧੀ ਸਾਡੇ ਘਰ ਵਿੱਚ ਪੈਦਾ ਨਹੀਂ ਹੋਣੀ ਚਾਹੀਦੀ। ਡਾਕਟਰ ਨੇ ਸੋਚਿਆ ਵੀ ਇਹ ਤਾਂ ਖੁੱਲੇ ਪੈਸੇ ਦੇ ਰਹੇ, ਖੁੱਲੇ ਪੈਸੇ ਦੇ ਰਹੇ, ਇਹ 10,000 20,000 ਰੁਪਇਆ ਮੈਨੂੰ ਦੇਣਗੇ। ਉਹਨੇ ਕਿਹਾ ਕਿ ਮੈਂ ਰੁਪਇਆ 20,000 ਲਵਾਂਗਾ, ਤੁਸੀਂ ਚਿੰਤਾ ਨਾ ਕਰੋ, ਇਹ ਧੀ ਤੁਹਾਡੇ ਘਰ ਵਿੱਚ ਪੈਦਾ ਹੋਊਗੀ। ਤੇ ਜਦੋਂ ਡਾਕਟਰ ਨੇ ਉਸ ਪੈਦਾ ਹੋਣ ਵਾਲੀ ਬੱਚੀ ਨੂੰ ਕੋਖ ਵਿੱਚ ਹੀ ਕਤਲ ਕਰਕੇ ਟੁਕੜੇ ਟੁਕੜੇ ਕਰਕੇ ਬਾਹਰ ਸੁੱਟ ਦਿੱਤਾ। ਹੁਣ ਪੈਸੇ ਲੈ ਡਾਕਟਰ ਨੇ ਪਰਿਵਾਰ ਤੋਂ। ਸ਼ਾਮਾਂ ਪਹਿਲਾਂ ਘਰ ਨੂੰ ਤੁਰਿਆ, ਰਸਤੇ ਦੇ ਵਿੱਚ ਵੇਖਿਆ ਵੀ ਇੱਥੇ ਦੁਕਾਨਾਂ ਨੇ, ਫਰੂਟ ਵਾਲੀਆਂ ਦੁਕਾਨਾਂ ਨੇ। ਉਹਨੇ ਕੋਈ ਫਰੂਟ ਖਰੀਦਿਆ ਬੱਚਿਆਂ ਵਾਸਤੇ, ਉਹਨੇ ਕੁਝ ਹੋਰ ਵਸਤੂਆਂ ਖਾਣ ਵਾਲੀਆਂ ਖਰੀਦੀਆਂ। ਜਦੋਂ ਘਰ ਦੇ ਡਾਈਨਿੰਗ ਟੇਬਲ ਤੇ ਲੱਗ ਗਈਆਂ ਨਾ ਉਹ ਚੀਜ਼ਾਂ ਜਾ ਕੇ, ਸਾਰਾ ਪਰਿਵਾਰ ਖਾ ਲਿਆ। ਹੁਣ ਤੁਸੀਂ ਦੱਸੋ ਸਾਧ ਸੰਗਤ, ਕੀ ਉਸ ਪ੍ਰਸ਼ਾਦੇ ਦਾ ਆਨੰਦ ਹੋਵੇਗਾ? ਉਹਦੇ ਵਿੱਚ ਰਸ ਹੋਵੇਗਾ? ਉਹਨਾਂ ਵਸਤਾਂ ਦੇ ਵਿੱਚ ਜਿਹੜੀਆਂ ਜਾ ਕੇ ਡਾਈਨਿੰਗ ਟੇਬਲ ਤੇ ਰੱਖ ਦਿੱਤੀਆਂ, ਉਹਨਾਂ ਵਸਤਾਂ ਦੇ ਵਿੱਚ ਤਾਂ ਜ਼ਹਿਰ, ਉਹਨਾਂ ਵਸਤਾਂ ਦੇ ਵਿੱਚ ਤੇ ਉਸ ਬੱਚੀ ਦਾ ਖੂਨ ਚੱਲਦਾ ਹੈ, ਜਿਹੜੀ ਬੱਚੀ ਨੂੰ ਟੁਕੜੇ ਟੁਕੜੇ ਕਰਕੇ ਉਹ ਡਾਕਟਰ ਪੈਸੇ ਲੈ ਕੇ ਆਪਣੇ ਬੱਚਿਆਂ ਦੀ ਪੇਟ ਪੂਰਤੀ ਕਰ ਰਿਹਾ। ਇੱਕ ਬੰਦੇ ਦੀ ਗੱਲ ਨਹੀਂ ਹੈ, ਇੱਕ ਬੰਦੇ ਦੀ ਗੱਲ ਨਹੀਂ ਹੈ, ਹਰ ਬੰਦੇ ਦੀ। ਜਿਹੜਾ ਬੰਦਾ ਜਿਸ ਖੇਤਰ ਨਾਲ ਸੰਬੰਧ ਰੱਖਦਾ, ਉਸੇ ਖੇਤਰ ਦੀ ਕਿਤੇ ਨਾ ਕਿਤੇ ਕੋਈ ਏਦਾਂ ਦੀ ਗੜਬੜ ਵਾਪਰਦੀ। ਪਰ ਭਾਈ ਲਾਲੋ ਨੂੰ ਦੁਰਕਾਰ ਦੇ, ਇਹ ਨੀਵਾ ਹੈ, ਇਹ ਸ਼ੁੱਧਰ ਹੈ, ਇਹ ਕਿੱਲੇ ਘੱਟ ਵਾਲਾ ਹੈ। ਉਹ ਕਿੱਲੇ ਘੱਟ ਵਾਲਾ ਨਹੀਂ, ਉਹ ਲੋਕਾਂ ਦੇ ਜੀਵਨ ਘੱਟ ਵਾਲਾ ਹੈ। ਭਾਈ ਲਾਲੋ ਇਹ ਵੀ ਦੇਖੋ ਨਾ ਵੀ ਭਾਈ ਲਾਲੋ ਜੀਵਨ ਘੱਟ ਵਾਲਾ, ਉਹਨੇ ਆਪਣਾ ਜੀਵਨ ਕੱਢਿਆ, ਦੂਜਿਆਂ ਦੇ ਲਈ ਰੋਲ ਮਾਡਲ ਬਣਦਾ। ਉਹਨੂੰ ਅੱਜ ਤੱਕ ਮੇਰੀ ਕੌਮ ਦੇ ਪ੍ਰਚਾਰਕ ਵੀ ਕਿੱਲੇ ਘੱਟ ਵਾਲਾ ਭਾਈ ਲਾਲੋ ਨਹੀਂ, ਕਿੱਲੇ ਨਹੀਂ ਸੀ ਕਰਦਾ, ਉਹ ਜੀਵਨ ਕੱਢਦਾ, ਦੂਜਿਆਂ ਦੀ ਰੋਲ ਮਾਡਲ ਬਣਿਆ। ਏਮਨਾਬਾਦ ਵਿੱਚ ਬਹੁਤ ਸਾਰੇ ਲੋਕ ਸਨ, ਪਰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦਾ ਹੀ ਦਰਵਾਜ਼ਾ ਜਾ ਕੇ ਖੜਕਾਉਂਦੇ। ਭਾਈ ਲਾਲੋ ਦਾ ਪ੍ਰਸ਼ਾਦਾ ਛਕ ਕੇ ਕਹਿੰਦੇ, ਤੇਰੇ ਪ੍ਰਸ਼ਾਦੇ ਚ ਰਸ ਆਨੰਦ ਹੈ, ਪ੍ਰਸ਼ਾਦੇ ਤੋਂ ਆਨੰਦ ਆ ਗਿਆ। ਤੇਰੀ ਇਮਾਨਦਾਰੀ ਦੀ ਰੋਟੀ ਹੈ, ਤੇਰੀ ਬਰਕਤ ਦੀ ਰੋਟੀ ਹੈ, ਤੇਰੀ ਤੂੰ ਗਰੀਬਾਂ ਦਾ ਖੂਨ ਨਹੀਂ ਚੂਸਿਆ। ਇੱਕ ਤਸਵੀਰ ਆਪਾਂ ਦੇਖਦੇ ਹੁੰਦੇ ਸੀ, ਇਹੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਇੱਕ ਤਸਵੀਰ ਦੇਖਦੇ ਹੁੰਦੇ ਸੀ ਆਪਾਂ, ਗੁਰੂ ਨਾਨਕ ਸਾਹਿਬ ਜੀ ਦੀ ਹੱਥ ਵਿੱਚ 2 ਰੋਟੀਆਂ ਪਈਆਂ ਨੇ। ਦੇਖੀਏ ਨਾ ਸਾਰੇ ਸਾਸਕ, 2 ਰੋਟੀਆਂ ਮਹਾਰਾਜ ਦੇ ਹੱਥ ਵਿੱਚ ਨੇ। ਤਸਵੀਰਾਂ ਪੂਜਣ ਵਾਸਤੇ ਨਹੀਂ ਹੁੰਦੀਆਂ, ਮੈਂ ਬੇਨਤੀ ਕਰਾਂ। ਤਸਵੀਰਾਂ ਰੋਟੀ ਹੈ ਤੇ ਇੱਕ ਪਾਸੇ ਭਾਈ ਲਾਲੋ ਦੀ ਰੋਟੀ, ਭਾਈ ਲਾਲੋ ਦੀ ਰੋਟੀ ਤੋਂ ਦੁੱਧ ਚੋਰਿਆ ਤੇ ਮਲਕ ਭਾਗੋ ਦੀ ਰੋਟੀ ਦੇ ਵਿੱਚੋਂ ਖੂਨ ਚੋਰਿਆ। ਇਹ ਇਸ ਗੱਲ ਦਾ ਪ੍ਰਤੀਕ ਸੀ, ਇਹ ਦੋਵੇਂ ਰੋਟੀਆਂ, ਇਹ ਪ੍ਰਸ਼ਾਦਾ ਇਸ ਗੱਲ ਦਾ ਪ੍ਰਤੀਕ ਸੀ। ਉਸ ਵਕਤ
मलक भागो ने ब्रह्म भोज किया, बड़ा बड़ा ब्रह्म भोज, बड़ा बड़ा भंडारा किया। उन्हें जिन्हें सूफी संत फकीर जिन्हें इकट्ठे करके सारे उस ब्रह्म भोज के सदे प्रसादा छकाया। सारे अपने अहलकारां कहंदा कि कोई वेखो रह तां नहीं गया, कहते कि एक नानक नाम का फकीर जिहड़ा ना वो रह गया, वो कहंदा मैं ब्रह्म भोज का प्रसादा नहीं करना। कहते क्यों? कहते लैके आओ। गुरु नानक पातशाह जी ने लैके गए, कहते तुसीं प्रसादा क्यों नहीं छकना? कहते कि मलक भागो तेरे प्रसादे दे विचों गरीबां दा खून चोंदा, तेरे प्रसादे दे विचों गरीबां दा, बोलो साथ संगत, खून चोंदा तेरे प्रसादे दे विचों। हुण रोटी दे विचों खून थोड़ी चो रिहा सी। महाराज ने एवं दर्शाया कि मलक भागो जेड़े पैसिਆਂ ਦੇ ਨਾਲ ਤੂੰ ਪ੍ਰਸ਼ਾਦਾ ਤਿਆਰ ਕੀਤਾ ਨਾ, ਤੂੰ ਗਰੀਬਾਂ ਦੇ ਹੱਕ ਵਾਰੇ, ਤੂੰ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਡਾਕੇ ਵਾਰੇ ਨੇ। ਉਸ ਕਮਾਈ ਦੇ ਵਿੱਚੋਂ ਪ੍ਰਸ਼ਾਦਾ ਤਿਆਰ ਕੀਤਾ, ਇਸ ਲਈ ਇਹਦੇ ਵਿੱਚ ਗਰੀਬਾਂ ਦਾ ਖੂਨ ਹੈ। ਤੇ ਭਾਈ ਲਾਲੋ ਨੇ ਆਪਣੀ ਹੱਕ ਦੀ ਮਿਹਨਤ ਦੀ ਕਮਾਈ ਕੀਤੀ ਹੈ। ਇਹ ਸਾਡੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇਕਰ ਅਸੀਂ ਕਿਰਤ ਕਰਨੀ ਹੈ ਨਾ ਤੇ ਹੱਕ ਦੀ, ਇਮਾਨਦਾਰੀ ਦੀ, ਧਰਮ ਦੀ ਕਿਰਤ ਕਰਨੀ, ਭਾਈ ਲਾਲੋ ਵਰਗੀ ਕਿਰਤ ਕਰਨੀ ਹੈ। ਸਾਡੀ ਰੋਟੀ ਦੁੱਧ ਵਰਗੀ ਚਿੱਟੀ ਹੋਵੇ ਔਰ ਰਸ ਹੋਵੇ ਉਸ ਰੋਟੀ ਪ੍ਰਸ਼ਾਦੇ ਦੇ ਵਿੱਚ। ਪ੍ਰਸ਼ਾਦਾ ਲਿਆ ਕੇ ਗੁਰੂ ਦੇ ਅੱਗੇ ਰੱਖ ਦਿੰਦੇ ਹਾਂ, ਮਹਾਰਾਜ ਦਾਲ ਪ੍ਰਵਾਨ ਹੋਵੇ ਤੇ ਦਾਲ ਪ੍ਰਵਾਨ ਤਾਂ ਹੋਵੇਗਾ ਜੇ ਉਹਦੇ ਵਿੱਚ ਰਸ ਹੋਵੇਗਾ, ਜੇ ਉਹਦੇ ਵਿੱਚ ਹੱਕ ਦੀ ਕਮਾਈ ਦਾ ਪੈਸਾ ਉਸ ਰੋਟੀ ਤੇ ਲੱਗਾ ਹੋਵੇਗਾ ਤਾਂ ਰਸ ਹੋਵੇਗਾ, ਤਾਂ ਪ੍ਰਵਾਨ ਹੋਵੇਗਾ। ਭਾਈ ਲਾਲੋ ਦੇ ਕੋਲ ਗੁਰੂ ਪਾਤਸ਼ਾਹ ਠਹਿਰੇ ਨੇ, ਮਲਕ ਭਾਗੋ ਨਾਲ ਵਿਚਾਰ ਹੋਈ। ਮਲਕ ਭਾਗੋ ਨੂੰ ਉਹਦੇ ਪਿਛੋਕੜ ਬਾਰੇ ਉਹਨੇ ਕੀ ਕਰ ਰਿਹਾ, ਤੂੰ ਕੀ ਕਰੀ ਜਾ ਰਿਹਾ, ਕਿੰਨਾ ਤੂੰ ਜ਼ੁਲਮ ਕਰ ਰਿਹਾ, ਉਹਦੇ ਕੀਤੇ ਕੁਕਰਮਾਂ ਬਾਰੇ ਮਹਾਰਾਜ ਨੇ ਉਹਨੂੰ ਸਵੈ ਪ੍ਰਚੋੜ ਕਰਨ ਲਈ ਆਖਿਆ। ਮਲਕ ਭਾਗੋ ਤੇ ਭਾਈ ਲਾਲੋ ਦੀ ਰੋਟੀ ਦੇ ਵਿੱਚ ਜਿੰਨੀ ਅਸਮਾਨ ਦਾ ਅੰਤਰ ਸੀ। ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਕੋਲੋਂ ਅੱਗੇ ਚੱਲਦੇ ਆ, ਹਰਦੁਆਰ ਵੱਲ ਨੂੰ ਜਾਂਦੇ ਨੇ। ਹਰਦੁਆਰ ਗੰਗਾ ਵਿੱਚ ਖੜ ਕੇ ਕੀ ਹੋਕਾ ਦਿੰਦੇ ਨੇ, ਕੀ ਉਪਦੇਸ਼ ਦਿੰਦੇ ਨੇ, ਕੱਲ ਦੇ ਦੀਵਾਨਾਂ 'ਚ ਸੁਣਾਂਗੇ, ਆਪਾਂ ਸਾਰੇ ਸ਼ਰਵਣ ਕਰਾਂਗੇ। ਗੁਰੂ ਰਹਿਮਤ ਕਰੇ। ਆਪ ਤੁਹਾਡਾ ਸਹਿਯੋਗ ਚਾਹੀਦਾ ਸੰਗਤ ਦਾ, ਜਿੰਨੀ ਵੀ ਸੰਗਤ ਘਰਾਂ ਵਿੱਚ ਬੈਠੀ ਸੁਣਦੀ ਹੈ। ਬੇਨਤੀ ਹੈ, ਮੈਂ ਰਾਤੀ ਵੀ ਬੇਨਤੀ ਕੀਤੀ ਸੀ ਕਿ ਗੁਰਬਾਣੀ ਦਾ ਇਤਿਹਾਸ ਦਾ ਅਸਰ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਗੁਰੂ ਚਰਨਾਂ 'ਚ ਜੁੜ ਕੇ ਬੈਠਿਆ ਕਰੀਏ, ਹਰ ਰੋਜ਼ ਬੈਠਿਆ ਕਰੀਏ। 19 ਤਰੀਕ ਤੱਕ ਜਿਹੜਾ ਵਾ ਪ੍ਰਕਾਸ਼ ਹੋਣਗੇ। ਤੱਕੀਆਂ ਭਰਿਓ। ਸੋ ਗੁਰੂ ਰਹਿਮਤ ਕਰੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਸ਼ੁਕਰ ਮਾਲਕ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਕੋਲੋਂ ਚੱਲ ਕੇ ਹਰਦੁਆਰ ਪਹੁੰਚਦੇ ਨੇ। ਹਰਦੁਆਰ ਉਸ ਵਕਤ ਸੂਰਜ ਗ੍ਰਹਿਣ ਲੱਗਾ ਹੋਇਆ ਸੀ, ਸੂਰਜ ਗ੍ਰਹਿਣ ਲੱਗਾ ਸੀ। ਲੋਕ ਗੰਗਾ 'ਚ ਖੜ ਕੇ ਕਿਵੇਂ ਸੂਰਜ ਨੂੰ ਪਾਣੀ ਦੇ ਰਹੇ ਆ ਤੇ ਮਹਾਰਾਜ ਕਿੱਧਰ ਨੂੰ ਦਿੰਦੇ ਆ, ਕੱਲ ਨੂੰ ਸੁਣਾਂਗੇ ਸਾਰੇ ਆਪਾਂ ਰਲ ਕੇ, ਸਰਵਣ ਕਰਾਂਗੇ, ਸਾਰੇ ਰਲ ਕੇ ਵਿਚਾਰ ਕਰਾਂਗੇ ਤੇ ਤਾਂ ਕਿ ਆਪਾਂ ਨੂੰ ਸਮਝ ਲੱਗ ਸਕੇ ਕਿ ਕਿਹੜੇ ਕਿਹੜੇ ਕਰਮ ਕਾਂਡ ਅਸੀਂ ਲਗਾਤਾਰ ਕਰੀ ਜਾ ਰਹੇ ਹਾਂ। ਉਹਨਾਂ ਨੂੰ ਛੱਡ ਕੇ ਗੁਰਮਤਿ ਗਾਡੀ ਰਾਹ ਦੇ ਪਾਣੀ ਬਣੀਏ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਭ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।